ਤੋਂ ਤੱਕ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸਰਵਣ ਕੀਤਾ ਸੀ ਕਿ ਮਲਕ ਪਾਤਸ਼ਾਹ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਇੱਕ ਇਲਾਕੇ ਵਿੱਚ ਪਹੁੰਚਦੇ ਨੇ ਜਿੱਥੇ ਜਾ ਕੇ ਭਾਈ ਮਰਦਾਨਾ ਜੀ ਨੇ ਉੱਥੋਂ ਦੇ ਰਾਜੇ ਦਾ ਜੋ ਰਹਿਣ ਸਹਿਣ ਸੀ ਜਦੋਂ ਉਹਨੂੰ ਵੇਖਿਆ, ਉਹਦੀ ਆਰਥਿਕ ਹਾਲਤ ਵੇਖੀ। ਆਰਥਿਕ ਹਾਲਤ ਔਰ ਉਹਦਾ ਰਹਿਣ ਸਹਿਣ ਵੇਖਣ ਤੋਂ ਬਾਅਦ ਵਿੱਚ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨਾਲ ਵਚਨ ਕੀਤੇ ਵੀ ਮਾਲਕ ਜੀ ਉਹ ਰਾਜਾ ਤੇ ਬੜਾ ਸੁੱਖਾਂ ਵਿੱਚ ਲੱਗਦਾ ਹੈ ਅਤੇ ਬੜੇ ਸੁਖਾਲੇ ਜੀਵਨ ਦਾ ਮਾਲਕ ਹੈ। ਅਤੇ ਸਤਿਗੁਰੂ ਜੀ ਨੇ ਉਸ ਵਕਤ ਮਰਦਾਨਾ ਜੀ ਨੂੰ ਕਿਹਾ ਵੀ ਜਾ ਕੇ ਤੁਸੀਂ ਖੁਦ ਰਾਜੇ ਨੂੰ ਪੁੱਛੋ ਵੀ ਰਾਜਾ ਸੱਚਮੁੱਚ ਸੁਖੀ ਹੈ ਜਾਂ ਉਹ ਸਿਰਫ ਵੇਖਣ ਦੇ ਲਈ ਜਾਂ ਵੇਖਣ ਵਾਲਿਆਂ ਨੂੰ ਸੁਖੀ ਲੱਗਦਾ ਹੈ। ਔਰ ਜਿਸ ਵਕਤ ਜਾ ਕੇ ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਪੁੱਛਿਆ ਰਾਜੇ ਨੂੰ, ਕਿ ਰਾਜਾ ਕਹਿੰਦਾ ਵੀ ਮੈਂ ਵੇਖਣ ਨੂੰ ਤਾਂ ਬਹੁਤ ਸੁਖੀ ਹਾਂ, ਪਰ ਅਸਲ ਦੇ ਵਿੱਚ ਜੇ ਕੋਈ ਮੈਨੂੰ ਪੁੱਛੇ ਤਾਂ ਮੈਂ ਵੇਖਣ ਨੂੰ ਜਿੰਨਾ ਸੁਖੀ ਲੱਗਦਾ ਉਹਨਾਂ ਹੀ ਮੈਂ ਦੁੱਖਾਂ ਦੇ ਨਾਲ ਘਿਰਿਆ ਹੋਇਆ, ਦੁੱਖਾਂ ਦੇ ਵਿੱਚ ਹਾਂ। ਪਰ ਉਸ ਵਕਤ ਫਿਰ ਜਦੋਂ ਸਾਹਿਬ ਜੀ ਦੇ ਕੋਲ ਆ ਕੇ ਮਰਦਾਨਾ ਜੀ ਰਾਜੇ ਦੇ ਕਹੇ ਹੋਏ ਬਚਨਾਂ ਨੂੰ ਦੱਸਦੇ ਨੇ ਵੀ ਸਤਿਗੁਰੂ ਜੀ ਰਾਜੇ ਨੇ ਆਹ ਗੱਲ ਆਖੀ ਹੈ, ਅਤੇ ਉਦੋਂ ਮਾਲਕ ਪਾਤਸ਼ਾਹ ਜੀ ਨੇ ਨਾ ਫਿਰ ਆਪਣੇ ਮੁਖਾਰਬਿੰਦ ਤੋਂ ਇੱਕ ਬਚਨ ਉਚਾਰਨ ਕਰਦੇ ਹਾਂ, ਸ਼ਲੋਕ ਉਚਾਰਨ ਕਰਦੇ ਹਾਂ, ਭਾਈ ਮਰਦਾਨਾ ਜੀ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਾਂ, ਸਾਨੂੰ ਗਿਆਨ ਦਿੰਦਿਆਂ ਹੋਇਆਂ ਉਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਇਹ ਦ੍ਰਿੜ ਕਰਵਾਇਆ ਵੀ ਸੰਸਾਰ ਉੱਤੇ ਰਹਿਣ ਵਾਲਾ ਹਰ ਜੀਵ ਕਿਸੇ ਨਾ ਕਿਸੇ ਕਾਰਨ ਕਰਕੇ ਦੁੱਖ ਦੇ ਵਿੱਚ ਘਿਰਿਆ ਹੋਇਆ ਹੈ। ਕਿਸੇ ਦਾ ਦੁੱਖ ਕੋਈ ਹੈ ਅਤੇ ਕਿਸੇ ਦਾ ਦੁੱਖ ਕੋਈ, ਪਰ ਹਰ ਜੀਵ ਦੁੱਖ ਵਿੱਚ ਘਿਰਿਆ ਹੈ, ਖਾਸ ਕਰਕੇ ਉਹ ਜਿਹੜਾ ਆਪਣੇ ਜੀਵਨ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਨੂੰ ਵਿਸਾਰ ਦਿੰਦਾ ਹੈ। ਅਤੇ ਉੱਥੇ ਫਿਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਚਨ ਉਚਾਰਨ ਕਰਦੇ ਹਾਂ, ਜੋ ਸ਼ਲੋਕ ਉਚਾਰਿਆ ਉਹ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਫਿਰ ਉੱਥੇ ਉਪਦੇਸ਼ ਦਿੰਦੇ ਨੇ ਔਰ ਕਿਹੜਾ ਗਿਆਨ ਹੈ ਜੋ ਸਤਿਗੁਰੂ ਜੀ ਨੇ ਸਾਡੀ ਝੋਲੀ ਵਿੱਚ ਪਾਇਆ। ਆਓ ਆਪਾਂ ਅਗਲੇਰੇ ਪ੍ਰਸੰਗ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ, ਮਲਕ ਪਾਤਸ਼ਾਹ ਦੀ ਆਪ ਰਸਨਾ ਉੱਤੇ ਵਰਤ ਕੇ ਆਪਣੇ ਇਤਿਹਾਸ ਔਰ ਆਪਣੀ ਪਾਵਨ ਬਾਣੀ ਦੀਆਂ ਵਿਚਾਰਾਂ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰੱਖੇ, ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਸਤਿਗੁਰੂ ਜੀ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਸੈਂਸਰ ਦਾਨ ਦੇ ਇੰਦਰ ਰਵਾਇਆ, ਪਰਸੁਰਾਮ ਰੋਵੈ ਕਰ ਆਇਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਨਾਨਕ ਪ੍ਰਕਾਸ਼, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਦਿਆਂ ਹੋਇਆਂ ਜ਼ਿਕਰ ਕੀਤਾ ਵੀ ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨਾਲ ਬਚਨ ਸਾਂਝੇ ਕੀਤੇ ਵੀ ਮਾਲਕ ਜੀ ਉਹ ਰਾਜਾ ਬਹੁਤ ਸੌਖਾ ਅਤੇ ਸੁੱਖਾਂ ਵਿੱਚ ਨਜ਼ਰ ਨਹੀਂ ਆਉਂਦਾ ਹੈ, ਅਤੇ ਉਸ ਵਕਤ ਸਤਿਗੁਰੂ ਜੀ ਨੇ ਮਰਦਾਨਾ ਜੀ ਨੂੰ ਆਖਿਆ ਵੀ ਤੁਸੀਂ ਜਾ ਕੇ ਰਾਜੇ ਨੂੰ ਪੁੱਛ ਲਓ ਵੀ ਉਹ ਵਾਕਈ ਸੁਖੀ ਹੈ। ਕਿਉਂਕਿ ਜੇ ਤੇ ਸੰਸਾਰਕ ਨਜ਼ਰੀਏ ਨਾਲ ਵੇਖੀਏ ਅਤੇ ਬੰਦਾ ਇਹ ਗੱਲ ਸਮਝਦਾ ਹੈ ਜਾਂ ਇਹ ਗੱਲ ਆਪਣੇ ਹਿਰਦੇ ਵਿੱਚ ਜਾਣਦਾ ਵੀ ਜੇ ਕਿਤੇ ਐਸ਼ੋ ਆਰਾਮ ਰਾਜ ਭਾਗ ਹੋਵੇ, ਕੋਲੇ ਖਜ਼ਾਨੇ ਹੋਣ, ਤੇ ਬੰਦਾ ਬਹੁਤ ਸੁਖੀ ਹੈ, ਬੜਾ ਪ੍ਰਸੰਨ ਹੈ। ਬਸ ਉਹੀ ਕਹਿ ਸਕਦੇ ਹਾਂ ਵੀ ਉਸੇ ਤਰ੍ਹਾਂ ਦੇ ਹਾਲਾਤ ਰਾਜੇ ਦੇ ਵਿੱਚ ਹੁਣ ਜਿਹੜਾ ਹੈ ਹੀ ਰਾਜਾ ਰਾਜ ਗੱਦੀ 'ਤੇ ਬੈਠਾ ਹੈ। ਰਾਜ ਗੱਦੀ 'ਤੇ ਬੈਠਾ ਸੁਭਾਵਿਕ ਜਿਹੀ ਗੱਲ ਹੈ, ਰਾਜ ਭਾਗ ਦਾ ਮਾਲਕ ਵੀ ਹੈ, ਖਜ਼ਾਨਿਆਂ ਦਾ ਵੀ ਮਾਲਕ, ਦੁਨਿਆਵੀ ਤੌਰ ਦੇ ਉੱਤੇ ਉਹਦੇ ਕੋਲ ਹਰ ਇੱਕ ਵਸਤੂ ਵੀ ਹੈ ਅਤੇ ਹਰ ਇੱਕ ਪਦਾਰਥ ਵੀ ਹੈ। ਪਰ ਜ਼ਰੂਰੀ ਨਹੀਂ ਕਿ ਜਿਹੜੇ ਬੰਦੇ ਕੋਲ, ਜਿਹੜੇ ਇਨਸਾਨ ਕੋਲ ਦੁਨਿਆਵੀ ਹਰ ਪਦਾਰਥ ਹਰ ਵਸਤੂ ਹੋਵੇ ਉਹ ਇਨਸਾਨ ਰੱਬੀ ਦਾਤਾਂ ਦਾ ਵੀ ਪਾਤਰ ਹੋਏਗਾ, ਇਹ ਜ਼ਰੂਰੀ ਨਹੀਂ। ਸੰਸਾਰੀ ਵਸਤੂਆਂ ਖਰੀਦ ਲੈਣੀਆਂ ਬੜੀਆਂ ਸੌਖੀਆਂ ਨੇ ਔਰ ਸੰਸਾਰੀ ਵਸਤੂਆਂ ਨੂੰ ਖਰੀਦ ਕੇ ਇਨਸਾਨ ਕੁਝ ਪਲਾਂ ਵਾਸਤੇ ਪ੍ਰਸੰਨਤਾ ਵੀ ਲੈ ਸਕਦਾ ਹੈ, ਪਰ ਇਨਸਾਨੀ ਸੰਸਾਰੀ ਵਸਤੂਆਂ ਹੋਣ ਦੇ ਬਾਵਜੂਦ ਵੀ ਜੇ ਇਨਸਾਨ ਕੋਲ ਰੱਬੀ ਦਾਤਾਂ ਨਹੀਂ ਤਾਂ ਇਨਸਾਨ ਕਦੇ ਨਾ ਤੇ ਖੁਸ਼ ਹੈ ਅਤੇ ਨਾ ਹੀ ਪ੍ਰਸੰਨ ਹੈ। ਜਿਵੇਂ ਇਨਸਾਨ 36 ਪ੍ਰਕਾਰ ਦੇ ਭੋਜਨ ਖਰੀਦ ਸਕਦਾ ਹੈ, ਖਰੀਦਣ ਵਾਲਾ ਹੋ ਸਕਦਾ ਪ੍ਰਸੰਨ ਵੀ ਬਹੁਤ ਹੋਏ ਵੀ ਅੱਜ ਮੈਂ 36 ਪ੍ਰਕਾਰ ਦੇ ਭੋਜਨ ਛਕੇ ਨੇ, ਉਹਨੇ ਅੱਜ ਮੈਂ 36 ਪ੍ਰਕਾਰ ਦੇ ਭੋਜਨ ਖਰੀਦੇ ਨੇ, ਖਰੀਦਣ ਲੱਗਿਆਂ ਉਹ ਪ੍ਰਸੰਨ ਬਹੁਤ ਹੈ। ਪਰ ਖਰੀਦਣ ਤੋਂ ਬਾਅਦ ਵਿੱਚ ਜਦੋਂ ਉਹਨਾਂ ਪਦਾਰਥਾਂ ਨੂੰ ਛਕਣ ਦੀ ਸਮਤਾ ਨਾ ਹੋਵੇ, ਉਹਨਾਂ ਪਦਾਰਥਾਂ ਨੂੰ ਛਕਣ ਦਾ ਨਾ ਕੋਲੇ ਹਿੰਮਤ ਹੋਵੇ ਤੇ ਨਾ ਹੀ ਛਕ ਸਕਦਾ ਹੋਵੇ, ਤੇ ਉਸ ਵਕਤ ਜਿੰਨੀ ਪ੍ਰਸੰਨਤਾ ਉਹਨੂੰ ਵਸਤੂਆਂ ਖਰੀਦਣ ਲੱਗਿਆ ਸੀ ਉਦੋਂ ਵਧੇਕ ਦੁੱਖ ਉਹਨਾਂ ਵਸਤੂਆਂ ਨੂੰ ਵੇਖ ਕੇ ਹੋਏਗਾ, ਉਦੋਂ ਵੱਧ ਦੁੱਖ ਨੂੰ ਉਹ ਪਦਾਰਥਾਂ ਨੂੰ ਵੇਖਣ ਤੋਂ ਬਾਅਦ ਵਿੱਚ ਜਾਂ ਵੇਖਦਿਆਂ ਹੋਇਆਂ ਉਹ ਦੁੱਖ ਮਹਿਸੂਸ ਕਰੇਗਾ। ਕਿਉਂ? 36 ਪ੍ਰਕਾਰ ਦੇ ਪਦਾਰਥ ਖਰੀਦ ਲਏ, ਪਰ ਹੁਣ ਜਿਹੜੀ ਰੱਬੀ ਦਾਤ ਸੀ ਭੁੱਖ, ਉਹ ਪੇਟ ਨੂੰ ਵਿਆਪੀ ਕੋਈ ਨਹੀਂ, ਸ਼ੁੱਧਾ ਲੱਗੀ ਕੋਈ ਨਹੀਂ, ਫਿਰ ਉਹਨਾਂ ਪਦਾਰਥਾਂ ਨੂੰ ਵੇਖਦਾ ਹੈ, ਉਹਨਾਂ ਨੂੰ ਵੇਖਦਾ ਹੋਇਆ ਫਿਰ ਦੁਖੀ ਹੁੰਦਾ ਵੀ ਮੈਂ ਇੰਨਾ ਧਨ ਵੀ ਖਰਚਿਆ, ਇੰਨੀ ਦੌਲਤ ਵੀ ਖਰਚੀ, ਇਹ 36 ਪ੍ਰਕਾਰ ਦੇ ਭੋਜਨ ਅੱਜ ਮੈਂ ਲੈ ਕੇ ਆਇਆ ਪਰ ਮੈਨੂੰ ਛਕਣ ਵਾਸਤੇ ਮੇਰੇ ਕੋਲ ਸ਼ਮਤਾ ਨਹੀਂ, ਫਿਰ ਉਹੀ ਪਦਾਰਥ ਉਹਦੇ ਲਈ ਦੁੱਖਾਂ ਦਾ ਕਾਰਨ ਬਣ ਜਾਂਦੇ। ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਨਸਾਨ ਸਿਰਫ ਦੁਨਿਆਵੀ ਵਸਤੂਆਂ ਖਰੀਦ ਸਕਦਾ, ਰੱਬੀ ਦਾਤਾਂ ਨਹੀਂ। ਜਿਵੇਂ 36 ਪ੍ਰਕਾਰ ਦੇ ਭੋਜਨ ਖਰੀਦੇ ਪਰ ਭੁੱਖ ਨਹੀਂ, ਇਸੇ ਤਰ੍ਹਾਂ ਸਰੀਰ ਉੱਤੇ ਪਹਿਨਣ ਵਾਸਤੇ ਮਹਿੰਗੇ ਤੋਂ ਮਹਿੰਗੇ ਵਸਤਰ ਖਰੀਦ ਸਕਦਾ ਪਰ ਇੱਜ਼ਤ ਨਹੀਂ। ਇਸੇ ਤਰ੍ਹਾਂ ਸੌਣ ਦੇ ਵਾਸਤੇ ਸੁੰਦਰ ਤੋਂ ਸੁੰਦਰ ਮਹਿੰਗੇ ਤੋਂ ਮਹਿੰਗਾ ਮਖਮਲੀ ਬਿਸਤਰ ਤੇ ਖਰੀਦ ਸਕਦਾ ਹੈ ਪਰ ਨੀਂਦ ਨਹੀਂ। ਉਹ ਬਿਸਤਰ ਤੇ ਸੌਣ ਵਾਸਤੇ ਨੀਂਦ ਲਾਜ਼ਮੀ ਹੈ, ਬਿਸਤਰ ਕੋਲੇ ਹੋਵੇ ਨਾ ਹੋਵੇ, ਪਰ ਜੇ ਰੱਬੀ ਦਾਤ ਹੈ ਨੀਂਦ ਕੋਲੇ ਹੈ ਤੇ ਬਿਨਾਂ ਬਿਸਤਰ ਤੋਂ ਵੀ ਆ ਜਾਂਦੀ ਹੈ। ਜੇ ਰੱਬੀ ਦਾਤ ਭੁੱਖ ਕੋਲੇ ਹੈ ਤੇ 36 ਪ੍ਰਕਾਰ ਦੇ ਭੋਜਨਾਂ ਤੋਂ ਬਿਨਾਂ ਵੀ ਜੀਵ ਭੋਜਨ ਦਾ ਆਨੰਦ ਮਾਣਦਾ ਹੈ, ਤੇ ਜੇ ਕੋਲੇ ਇੱਜ਼ਤ ਹੈ ਤੇ ਫਿਰ ਹੋ ਸਕਦਾ ਗਰੀ ਗੋਦਰੀ ਪਾ ਕੇ ਵੀ ਇਨਸਾਨ ਪ੍ਰਸੰਨ ਹੋਵੇ। ਪਰ ਇਹਦੇ ਤੋਂ ਬਿਲਕੁਲ ਆਪੋਜ਼ਿਟ, ਜੇ ਦਾਤਾਂ ਕੋਲੇ ਹਨ ਪਰ ਅਕਾਲ ਪੁਰਖ ਪਰਮੇਸ਼ਵਰ ਜੀ ਦੀਆਂ ਰੱਬੀ ਦਾਤਾਂ, ਨੈਚੁਰਲੀ ਕੁਦਰਤੀ ਦਾਤਾਂ ਜਿਹੜੀਆਂ ਉਹ ਨਹੀਂ, ਇਨਸਾਨ ਦੁਖੀ ਹੈ। ਹੁਣ ਉਹ ਰਾਜਾ ਜਿਹੜਾ ਸੀ ਨਾ, ਉਹਨੇ ਮਰਦਾਨਾ ਜੀ ਨੂੰ ਕਿਹਾ ਵੀ ਮੈਂ ਵੇਖਣ ਨੂੰ ਤੇ ਬਹੁਤ ਪ੍ਰਸੰਨ ਹਾਂ ਕਿਉਂਕਿ ਸੰਸਾਰੀ ਵਸਤੂਆਂ ਮੇਰੇ ਕੋਲ ਬਹੁਤ ਨੇ, ਪਰ ਜਿਹੜੀ ਰੱਬੀ ਪ੍ਰਸੰਨਤਾ ਰੱਬੀ ਖੁਸ਼ੀ ਹੈ ਮੇਰੇ ਕੋਲ ਉਹ ਨਹੀਂ। ਜਿਸ ਕਰਕੇ ਆ ਕੇ ਭਾਈ ਮਰਦਾਨਾ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਨਾਲ ਜ਼ਿਕਰ ਕੀਤਾ ਤੇ ਮਲਕ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਿਰ ਬਚਨ ਉਚਾਰਿਆ, ਤੇ ਬਚਨ ਉਚਾਰਦਿਆਂ ਹੋਇਆਂ ਸਤਿਗੁਰੂ ਜੀ ਨੇ ਕੁਝ ਮਿਥਿਹਾਸ ਦੀਆਂ ਉਦਾਹਰਨਾਂ ਉਹ ਰੱਖੀਆਂ, ਤੇ ਉਹਨਾਂ ਮਿਥਿਹਾਸ ਦੀਆਂ ਉਦਾਹਰਨਾਂ ਨੂੰ ਰੱਖਦਿਆਂ ਹੋਇਆਂ ਉਹ ਦਿੰਦਿਆਂ ਹੋਇਆਂ ਉਦਾਹਰਨਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਦੱਸਿਆ ਵੀ ਜਿੰਨਾ ਚਿਰ ਜੀਵ ਰੱਬੀ ਬਖਸ਼ਿਸ਼ ਦਾ ਪਾਤਰ ਨਹੀਂ ਬਣਦਾ ਉਹਨਾਂ ਚਿਰ ਉਹ ਹੋ ਸਕਦਾ ਆਪਣੇ ਆਪ ਨੂੰ ਬਹੁਤ ਵੱਡਾ ਜਾਂ ਬਹੁਤ ਭਲਾ ਅਖਵਾਉਂਦਾ ਹੋਏ, ਪਰ ਉਹ ਵੀ ਆਪਣੇ ਆਪ ਨੂੰ ਦੁੱਖਾਂ ਤੋਂ ਬਚਾ ਨਹੀਂ ਸਕਦਾ। ਫਿਰ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਸਹੰਸਰ ਦਾਨ ਦੇ ਇੰਦਰ ਰਵਾਇਆ। ਇੱਕ ਪਾਵਨ ਬਚਨ ਹੈ ਪ੍ਰਭਾਤੀ ਆਗ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ, ਜਿੱਥੇ ਉਹਨਾਂ ਜ਼ਿਕਰ ਕਰਦਿਆਂ ਹੋਇਆਂ ਇੰਦਰ ਦੇ ਦੁੱਖ ਦਾ ਕਾਰਨ ਦੱਸਿਆ। ਹੁਣ ਹੈ ਤੇ ਇਹ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ, ਪਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕੀਤੇ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਪੱਗ ਹੋਏ ਤਾਂ ਮਨ ਪਛੋ ਤਾਇਆ। ਦੁੱਖ ਕੋਈ ਦੂਜਾ ਨਹੀਂ ਦਿੰਦਾ, ਆਪਣੇ ਕੀਤੇ ਕਰਮਾਂ ਕਰਕੇ ਜੀਵ ਦੁਖੀ ਹੁੰਦਾ ਹੈ। ਕਿਸੇ ਦਾ ਕੀਤਾ ਨਹੀਂ ਅਸੀਂ ਭੋਗਦੇ, ਆਪਣਾ ਕੀਤਾ ਹੋਇਆ ਹੀ ਅਸੀਂ ਭੋਗਦੇ ਹਾਂ।
ਆਪਣੇ ਕੀਤੇ ਅਨੁਸਾਰੀ ਸੁੱਖ ਹੈ ਤੇ ਆਪਣੇ ਕੀਤੇ ਅਨੁਸਾਰੀ ਹੀ ਜੀਵ ਦੁਖੀ ਹੈ। ਜਿਹੜਾ ਉੱਥੇ ਜ਼ਿਕਰ ਕੀਤਾ ਮਿਥਿਹਾਸ ਜਿਵੇਂ ਕਹਿੰਦਾ ਹੈ, ਗੌਤਮ ਇੱਕ ਰਿਸ਼ੀ ਨੇ, ਬਹੁਤ ਚੰਗੇ ਰਿਸ਼ੀ ਹੋਏ। ਤਿਸ ਗੌਤਮ ਤਪਾ ਅਹਿਲਿਆ ਇਸਤਰੀ, ਇਹ ਉਹਦੀ ਇਸਤਰੀ ਦਾ ਨਾਮ ਹੈ। ਤਿਸ ਦੇਖ ਇੰਦਰ ਲੋਭਾਇਆ, ਵਿਕਾਰਾਂ ਵਿੱਚ ਖਚਤ ਹੋਇਆ, ਵਿਕਾਰਾਂ ਵਿੱਚ ਖਚਤ ਹੋਣ ਕਰਕੇ ਸਹਿਸ ਸਰੀਰ ਚਿਹਨ ਪੱਗ ਹੋਏ, ਉਹਦੇ ਕੀਤੇ ਕਰਮਾਂ ਕਰਕੇ ਉਹਨੂੰ ਦੁੱਖ ਭੋਗਣਾ ਪਿਆ। ਪਰ ਜਦੋਂ ਦੁੱਖ ਮਿਲਿਆ, ਤਕਲੀਫ ਮਿਲੀ, ਉਦੋਂ ਤਾਂ ਮਨ ਪਛਤਾਇਆ, ਫਿਰ ਪਛਤਾਵਾ ਹੋਇਆ। ਅਕਸਰ ਇਨਸਾਨ ਜਦੋਂ ਕਰਮ ਕਰਦਾ ਹੈ, ਕਰਮ ਕਰਨ ਤੋਂ ਪਹਿਲਾਂ ਇਹੋ ਸੋਚਦਾ ਵੀ ਜੋ ਹੋਏਗਾ ਵੇਖਿਆ ਜਾਏਗਾ, ਮੈਂ ਤੇ ਆਹ ਕੰਮ ਕਰਨਾ ਹੈ, ਨਤੀਜਾ ਜਿਵੇਂ ਦਾ ਹੋਏਗਾ, ਰਿਜ਼ਲਟ ਜਿਵੇਂ ਦਾ ਹੋਏਗਾ ਵੇਖਿਆ ਜਾਏਗਾ। ਪਰ ਜਦੋਂ ਰਿਜ਼ਲਟ ਆਉਂਦਾ ਹੈ ਨਾ, ਨਤੀਜਾ ਆਉਂਦਾ ਹੈ, ਨਤੀਜਾ ਵੇਖਣ ਤੋਂ ਬਾਅਦ ਚ ਮੱਥੇ ਤੇ ਹੱਥ ਜ਼ਰੂਰ ਮਾਰਦਾ ਹੈ ਵੀ ਜੇ ਮੈਂ ਨਾ ਕਰਦਾ ਇਹ ਚੰਗਾ ਰਹਿੰਦਾ, ਜੇ ਮੈਂ ਇਹ ਕਰਮ ਕਰਨ ਤੋਂ ਰੁਕ ਜਾਂਦਾ, ਕਿਉਂਕਿ ਮੈਨੂੰ ਰੋਕਣ ਵਾਲਿਆਂ ਨੇ ਰੋਕਿਆ, ਮੈਨੂੰ ਸਮਝਾਉਣ ਵਾਲਿਆਂ ਨੇ ਸਮਝਾਇਆ ਵੀ, ਪਰ ਮੈਂ ਉਹਨਾਂ ਦੀ ਬਾਤ ਨੂੰ ਮੰਨਿਆ ਨਹੀਂ, ਉਹਨਾਂ ਦੀ ਬਾਤ ਨੂੰ ਸਮਝਿਆ ਨਹੀਂ, ਉਸ ਤੋਂ ਬਾਅਦ ਵਿੱਚ ਉਹ ਜ਼ਰੂਰ ਪਛਤਾਉਂਦਾ ਹੈ। ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਮਨੁੱਖ ਨੂੰ ਸਮਝਾਇਆ ਤੇ ਮਾਲਕ ਜੀ ਨੇ ਬੜੇ ਪਿਆਰ ਨਾਲ ਆਖਿਆ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ। ਅਕਸਰ ਅਸੀਂ ਕਰਮ ਕਰਨ ਲੱਗਿਆਂ ਕਦੇ ਨਤੀਜਾ ਨਹੀਂ ਸੋਚਿਆ, ਪਰ ਜਦੋਂ ਰਿਜ਼ਲਟ ਨਤੀਜਾ ਸਾਡੇ ਸਾਹਮਣੇ ਆ ਜਾਂਦਾ ਤੇ ਅਸੀਂ ਉਦੋਂ ਤੜਫ ਉੱਠਦੇ ਹਾਂ, ਵਿਲਕ ਉੱਠਦੇ ਹਾਂ। ਜੇ ਇਹੀ ਅਸੀਂ ਕਰਮ ਕਰਨ ਤੋਂ ਪਹਿਲਾਂ ਉਹਦਾ ਨਤੀਜਾ ਵੇਖ ਕੇ ਚੱਲੀਏ ਵੀ ਇਹਦਾ ਰਿਜ਼ਲਟ ਆਹ ਹੈ, ਤੇ ਕਦੇ ਵੀ ਅਸੀਂ ਬੁਰਾ ਕਰਮ ਨਹੀਂ ਕਰਾਂਗੇ। ਬੁਰੇ ਕਰਮ ਦਾ ਨਤੀਜਾ ਵੀ ਤੇ ਬੁਰਾ ਹੀ ਹੈ ਨਾ। ਜੇ ਚੰਗਾ ਕੰਮ ਕਰਾਂਗੇ ਰਿਜ਼ਲਟ ਵੀ ਚੰਗਾ, ਬੁਰਾ ਕੰਮ ਕਰਾਂਗੇ ਰਿਜ਼ਲਟ ਵੀ ਬੁਰਾ, ਨਤੀਜਾ ਵੀ ਬੁਰਾ। ਤੇ ਜੇ ਅਸੀਂ ਹਰ ਕਰਮ ਦਾ ਨਤੀਜਾ ਵਿਚਾਰ ਕੇ ਕਰਮ ਕਰੀਏ ਤੇ ਫਿਰ ਕਦੇ ਵੀ ਅਸੀਂ ਮਾੜਾ ਕਰਮ ਨਹੀਂ ਕਰਾਂਗੇ, ਤਾਂ ਕਰਕੇ ਪਛਤਾਉਣਾ ਨਹੀਂ ਪਏਗਾ। ਗੁਰੂ ਸਾਹਿਬ ਜੀ ਆਖਦੇ, ਕਹਿੰਦੇ ਸਹੰਸਰ ਦਾਨ ਦੇ ਇੰਦਰ ਰਵਾਇਆ, ਉਹਦਾ ਕਰਮ ਹੀ ਉਹਦੇ ਲਈ ਉਹਦਾ ਦੁੱਖ ਬਣ ਗਿਆ। ਜਿਹੜਾ ਉਹਨੇ ਵਿਕਾਰ ਕਮਾਏ, ਵਿਭਚਾਰ ਕਮਾਇਆ, ਉਹ ਵਿਕਾਰਾਂ ਵਿੱਚ ਖਚਤ ਹੋਇਆ, ਕਾਮ ਦੇ ਅਧੀਨ ਆ ਕੇ ਉਹ ਵਿਕਾਰੀ ਹੋ ਗਿਆ, ਉਹਦਾ ਵਿਕਾਰੀ ਹੋ ਜਾਣਾ ਉਹਦਾ ਦੁੱਖ ਬਣ ਗਿਆ, ਉਹਦੀ ਤਕਲੀਫ ਬਣ ਗਈ। ਹੁਣ ਉਹਦੀ ਤਕਲੀਫ ਬਣੀ ਐਸੀ ਵੀ ਉਹ ਨਾ ਤੇ ਸਮਾਜ ਵਿੱਚ ਵਿਚਰਨ ਜੋਗਾ ਰਿਹਾ, ਨਾ ਹੀ ਆਪਣਾ ਚਿਹਰਾ ਕਿਸੇ ਨੂੰ ਵਿਖਾਉਣ ਜੋਗਾ ਰਿਹਾ, ਸਮਾਜ ਵਿੱਚ ਨਿਕਲਣ ਜੋਗਾ ਵੀ ਨਹੀਂ ਰਿਹਾ। ਉਹਦੇ ਕੀਤੇ ਦੁੱਖ, ਉਹਦੇ ਕੀਤੇ ਕਰਮ ਹੀ ਉਹਦੇ ਲਈ ਦੁੱਖਾਂ ਦਾ ਕਾਰਨ ਬਣ ਗਏ। ਇਸੇ ਕਰਕੇ ਤੇ ਸਾਹਿਬ ਜੀ ਨੇ ਜਦੋਂ ਉਪਦੇਸ਼ ਦਿੱਤਾ ਤੇ ਮਾਲਕ ਕਹਿੰਦੇ, ਦਧਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਜੇ ਮੈਂ ਚੰਗਾ ਕੀਤਾ ਹੈ ਤੇ ਮੈਨੂੰ ਚੰਗਾ ਰਿਜ਼ਲਟ ਮਿਲਣ ਤੇ ਮਾਣ ਵੀ ਮੈਨੂੰ ਹੋਣਾ, ਤੇ ਜੇ ਮੈਂ ਮਾੜਾ ਕੀਤਾ ਹੈ ਤੇ ਨਤੀਜਾ ਮਾੜਾ ਨਿਕਲਣ ਦੇ ਉੱਤੇ ਦੁੱਖ ਵੀ ਮੈਨੂੰ ਹੀ ਹੈ। ਇਸੇ ਤਰ੍ਹਾਂ ਸਹੰਸਰਦਾਨ ਦੇ ਇੰਦਰ ਰਵਾਇਆ, ਉਹ ਦੁਖੀ ਹੋਇਆ ਕਿਉਂ? ਉਹਦੇ ਕੀਤੇ ਕਰਮ ਦਾ ਨਤੀਜਾ ਉਹਦੇ ਸਾਹਮਣੇ ਆਇਆ। ਅੱਜ ਜੇ ਅਸੀਂ ਵੀ ਮਾੜਾ ਕੰਮ ਕਰੀਏ ਤੇ ਸਾਡੇ ਕਰਮ ਦਾ ਨਤੀਜਾ ਸਾਡੇ ਸਾਹਮਣੇ ਆਇਆ, ਸਾਨੂੰ ਕਿਹੜਾ ਖੁਸ਼ੀ ਹੋਣੀ? ਅਸੀਂ ਵੀ ਤਾਂ ਦੁਖੀ ਹੋਈ ਹੋਵਾਂਗੇ ਨਾ, ਅਸੀਂ ਵੀ ਤੜਫਾਂਗੇ, ਕਿਉਂਕਿ ਸਾਡੇ ਕਰਮ ਕਰਨ ਲੱਗਿਆ ਅਸੀਂ ਨਹੀਂ ਸੋਚਿਆ। ਖੈਰ, ਉਸ ਤੋਂ ਅੱਗੇ ਸਾਹਿਬ ਕਹਿੰਦੇ ਪਰਸ਼ੁਰਾਮ ਰੋਵੇ ਘਰ ਆਇਆ, ਉਹ ਆਪਣੇ ਦੁੱਖ ਕਰਕੇ ਮਾਰਿਆ। ਹਰ ਜੀਵ ਆਪਣੇ ਆਪਣੇ ਕਰਮਾਂ ਦੇ ਕਰਕੇ ਹੀ ਦੁੱਖ ਭੋਗਦਾ ਹੋਇਆ, ਪਰ ਜਦੋਂ ਦੁੱਖ ਭੋਗਦਾ ਹੈ ਉਦੋਂ ਜ਼ਰੂਰ ਤੜਫ ਤੇ ਵਿਲਕ ਉੱਠਦਾ ਹੈ। ਅਜੇ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹ ਮਿਲੈ ਸਜਾਏ। ਉਹ ਤੋਂ ਬਾਅਦ ਸਾਹਿਬ ਨੇ ਜ਼ਿਕਰ ਕੀਤਾ ਅਜੈ। ਅਜੈ ਇੱਕ ਰਾਜਾ ਹੋਇਆ, ਇਹ ਰਾਜਾ ਬੜਾ ਚੰਗਾ ਹੈ, ਇੰਨਾ ਚੰਗਾ ਵੀ ਆਪਣੇ ਦਰਬਾਰ ਵਿੱਚ ਆਏ ਹੋਏ ਨੂੰ ਖਾਲੀ ਨਹੀਂ ਮੋੜਦਾ, ਜਿਹੜਾ ਮਰਜ਼ੀ ਆ ਜੇ। ਜਿਹੜਾ ਵੀ ਇਹਦੇ ਕੋਲ ਜਿਸ ਵੇਲੇ ਰਾਜ ਦਰਬਾਰ ਵਿੱਚ ਆ ਜਾਂਦਾ ਹੈ ਨਾ ਮੰਗਣ ਵਾਲਾ, ਜਿਹੜਾ ਮੰਗਦਾ ਉਹਦੀ ਝੋਲੀ ਭਰ ਕੇ ਤੋੜਦਾ ਹੈ। ਇਤਿਹਾਸ ਕਹਿੰਦਾ ਵੀ ਇੱਕ ਦਿਨ ਘੋੜਿਆਂ ਦੇ ਤਬੇਲੇ ਵਿੱਚ ਹੈ, ਘੋੜਿਆਂ ਦੇ ਤਬੇਲੇ ਵਿੱਚ ਫਿਰ ਰਿਹਾ, ਮੰਗਣ ਵਾਲੇ ਨੇ ਆ ਕੇ ਰਾਜੇ ਕੋਲੋਂ ਆਪਣੀ ਇੱਛਾ ਰੱਖੀ ਵੀ ਭਾਈ ਮੈਨੂੰ ਤੇ ਲੋੜ ਪੂਰੀ ਕਰੋ। ਕਹਿੰਦਾ ਵੀ ਮੇਰੇ ਤਬੇਲੇ 'ਚ ਮੈਂ ਤੈਨੂੰ ਕੀ ਦੇਵਾਂ? ਉਹ ਕਹਿੰਦਾ ਵੀ ਜੋ ਮਰਜ਼ੀ ਦੇ ਦੇ, ਮੈਂ ਤੇਰੇ ਕੋਲੋਂ ਲੈਣਾ ਹੈ। ਇਹਨੇ ਚੁੱਕਿਆ, ਇਹਨੇ ਘੋੜੇ ਦੀ ਲਿੱਤ ਚੁੱਕ ਕੇ ਤੇ ਉਹਦੀ ਝੋਲੀ 'ਚ ਦਾਨ ਵਜੋਂ ਪਾਤੀ। ਹੁਣ ਜੋ ਉਸ ਵਕਤ ਉਹ ਫਕੀਰ ਜਿਹੜਾ ਮੰਗਣ ਵਾਲਾ ਸੀ, ਉਹਨੇ ਝੋਲੀ ਅੱਡ ਕੇ ਪਵਾ ਲਈ। ਤੇ ਉਹ ਤੋਂ ਬਾਅਦ ਵਿੱਚ ਹੋਇਆ ਕਿ ਕੀਤਾ ਦਾਨ ਫਲਦਾ ਹੈ। ਅਜਾ ਸੋ ਰੋਵੈ ਭੀਖਿਆ ਖਾਏ, ਭੀਖਿਆ ਮਤਲਬ ਦਿੱਤਾ ਹੋਇਆ ਦਾਨ। ਉਹ ਜਿਹੜਾ ਦਿੱਤਾ ਹੋਇਆ ਦਾਨ ਸੀ ਨਾ, ਉਹ ਫਲਿਆ। ਜਿਹੜਾ ਧਨ ਦੌਲਤ ਦਿੱਤਾ ਸੀ ਉਹ ਵੀ ਫਲਿਆ, ਹੀਰੇ ਜਵਾਹਰਾਤ ਦਿੱਤੇ ਸਨ ਉਹ ਵੀ ਫਲੇ। ਉਹ ਤੋਂ ਬਾਅਦ ਜਿਹੜੀ ਘੋੜਿਆਂ ਦੀ ਲਿੱਤ ਦਾਨ ਵਜੋਂ ਦਿੱਤੀ ਸੀ ਨਾ, ਉਹ ਵੀ ਫਲੀ। ਜਿਵੇਂ ਮਿਥਿਹਾਸ ਕਹਿੰਦਾ ਉਹ ਧਨ ਦੌਲਤ ਦੇ ਖਜ਼ਾਨਿਆਂ ਨੂੰ ਵੀ ਮਾਣਿਆ ਤੇ ਉਹ ਘੋੜਿਆਂ ਦੀ ਲਿੱਤ ਵਾਲਾ ਦਾਨ ਵੀ ਮੰਨਣਾ ਪਿਆ। ਉਹਨੇ ਇੱਕ ਫਕੀਰ, ਇੱਕ ਭਲੇ ਪੁਰਸ਼ ਕੋਲੋਂ ਪੁੱਛਿਆ ਵੀ ਇਹਦਾ ਹੱਲ ਕੀ ਹੈ, ਤੇ ਹੱਲ ਉਹਨੇ ਦੱਸਿਆ ਵੀ ਕੋਈ ਜਿੰਨੀ ਤੇਰੀ ਨਿੰਦਿਆ ਕਰੇ ਉਨਾ ਹੀ ਤੇਰਾ ਇਹ ਦਾਨ ਘਟੇਗਾ। ਉਹਨੇ ਸਾਰੇ ਰਾਜਪਾਲ 'ਚ ਢੰਡੋਰਾ ਪਿਟਵਾ ਦਿੱਤਾ ਵੀ ਮੇਰੀ ਨਿੰਦਿਆ ਕਰੋ। ਨਿੰਦਿਆ ਕਰਨ ਵਾਲਿਆਂ ਨੇ ਹੁਣ ਮੌਕਾ ਕਦੇ ਕਦੇ ਮਿਲਦਾ, ਲੋਕਾਂ ਨੇ ਮੌਕਾ ਸੰਭਾਲਿਆ ਵੀ ਕੰਮ ਹੀ ਬੜਾ ਚੰਗਾ ਹੋ ਗਿਆ ਵੀ ਰਾਜੇ ਸਾਹਮਣੇ ਜਾ ਕੇ ਉਹਨੂੰ ਮਾੜਾ ਕਹਿਣਾ, ਇਹ ਤੂੰ ਸਾਡੇ ਲਈ ਚੰਗਾ ਕੰਮ ਕੀ ਹੋ। ਉਹਨਾਂ ਨੇ ਜਾ ਕੇ ਰਾਜੇ ਨੂੰ ਨਿੰਦਿਆ ਵਜੋਂ ਨਿੰਦਣਾ ਸ਼ੁਰੂ ਕਰਤਾ। ਬੜਾ ਕੁਝ, ਜਿਹੜਾ ਕੁਝ ਨਹੀਂ ਵੀ ਬੋਲ ਸਕਦੇ ਸੀ ਨਾ ਵੀ ਰਾਜਾ ਹੈ, ਕੁਝ ਵੀ ਕਰ ਸਕਦਾ ਹੈ। ਹੁਣ ਰਾਜੇ ਦੀ ਇਜਾਜ਼ਤ ਮਿਲਣ ਉੱਤੇ ਲੋਕਾਂ ਨੇ ਜਾ ਕੇ ਬਹੁਤ ਕੁਝ ਬੋਲਿਆ। ਜਦੋਂ ਬੜਾ ਕੁਝ ਬੋਲਿਆ, ਦਿਨ ਬ ਦਿਨ ਉਹਦਾ ਜਿਹੜਾ, ਜਿਵੇਂ ਮਿਥਿਹਾਸ ਕਹਿੰਦਾ, ਮੈਂ ਸਿਰਫ ਉਹ ਪੱਖ ਰੱਖ ਰਿਹਾ, ਦਿਨ ਬ ਦਿਨ ਉਹਦਾ ਕੀਤਾ ਹੋਇਆ ਦਾਨ ਜਿਹੜਾ ਸੀ ਉਹ ਘਟਦਾ ਗਿਆ। ਕਿਹੜਾ? ਘੋੜਿਆਂ ਦੀ ਲਿੱਤ ਵਾਲਾ। ਉਹਨਾਂ ਕੁ ਬਚਿਆ ਜਿੰਨਾ ਕੁ ਉਹਨੇ ਦਾਨ ਕੀਤਾ ਹੈ। ਫਿਰ ਉਹਨੇ ਪੁੱਛਿਆ ਵੀ ਕੀ ਸਾਰੇ ਰਾਜ ਭਾਗ ਵਿੱਚ ਮੈਨੂੰ ਲੋਕ ਮੰਦਾ ਕਹਿਣ ਵਾਲੇ ਨੇ। ਉਹਨੂੰ ਕਿਸੇ ਆ ਕੇ ਆਖਿਆ ਜੀ ਤੁਹਾਨੂੰ ਸਾਰਿਆਂ ਨੇ ਬੜੀ ਨਿੰਦਿਆ ਕੀਤੀ, ਪਰ ਇੱਕ ਫਕੀਰ ਹੈ, ਭਲਾ ਪੁਰਸ਼ ਹੈ, ਜਿਹਨੇ ਅਜੇ ਤੱਕ ਤੁਹਾਡੇ ਲਈ ਲਫ਼ਜ਼ ਨਹੀਂ ਵਰਤੇ। ਫਿਰ ਉਹ ਕਹਿੰਦਾ ਵੀ ਉਹ ਕੌਣ ਹੈ? ਉਹਨੂੰ ਵੀ ਜਾ ਕੇ ਆਖੋ ਵੀ ਰਾਜੇ ਨੂੰ ਮਾੜਾ ਆਖ। ਉਹਨਾਂ ਨੇ ਬੜਾ ਯਤਨ ਕੀਤਾ, ਰਾਜਾ ਖੁਦ ਵੀ ਚੱਲ ਕੇ ਉਹਦੇ ਕੋਲ ਗਿਆ, ਕਹਿੰਦਾ ਵੀ ਮੇਰੀ ਨਿੰਦਿਆ ਕਰ। ਉਹਨੇ ਅੱਗੋਂ ਜਵਾਬ ਦਿੰਦੇ ਆਖਿਆ ਵੀ ਰਾਜਨ ਤੇਰੀ ਕੀਤੀ ਦਾਨ, ਤੇਰਾ ਕੀਤਾ ਦਾਨ ਹੈ, ਤੂੰ ਖੁਦ ਖਾ, ਮੈਂ ਤੇ ਕੀਤੇ ਹੋਏ ਦਾਨ ਨੂੰ ਕਿਉਂ ਖਾਵਾਂ? ਫਿਰ ਜਿਵੇਂ ਮਿਥਿਹਾਸ ਵਿੱਚ ਜ਼ਿਕਰ ਕੀਤਾ ਵੀ ਉਹ ਨਿਤਾ ਪ੍ਰਤੀ ਉਹ ਕੀਤੇ ਹੋਏ ਦਾਨ ਨੂੰ ਆਪ ਖਾਂਦਾ ਹੈ, ਆਪ ਉਹਨੂੰ ਭੋਗਦਾ ਹੈ। ਅਜੇ ਸੋ ਰੋਵੈ ਭੀਖਿਆ ਖਾਏ, ਉਹਨੂੰ ਆਪਣਾ ਕੀਤਾ ਦਾਨ ਹੀ ਜਦੋਂ ਫੜਿਆ ਉਹਦੇ ਕਰਕੇ ਦੁਖੀ ਹੋਇਆ। ਅਜੇ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਇਦਾਂ ਜੀਵ ਆਪਣੇ ਕੀਤੇ ਕਰਮਾਂ ਨੂੰ ਹਰ ਕੋਈ ਭੋਗਦਾ ਹੈ, ਚਾਹੇ ਕੋਈ ਇੰਦਰ ਵਰਗਾ ਕਿਉਂ ਨਾ ਹੋਵੇ, ਪਰਸ਼ੁਰਾਮ ਵਰਗਾ ਕਿਉਂ ਨਾ ਹੋਵੇ, ਰਾਜਾ ਅਜੈ ਵਰਗਾ ਕਿਉਂ ਨਾ ਹੋਵੇ। ਸਾਰਿਆਂ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਵੀ ਭੋਗਣਾ ਪੈਂਦਾ ਹੈ, ਔਰ ਆਪਣੇ ਕੀਤੇ ਕਰਮਾਂ ਦੇ ਨਤੀਜੇ ਮੁਤਾਬਕ ਦੁੱਖ ਔਰ ਸੁੱਖ ਵੀ ਭੋਗਣੇ ਪੈਂਦੇ ਹਨ। ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਉਹ ਤੋਂ ਬਾਅਦ ਜਿਹੜਾ ਅਗਲਾ ਜ਼ਿਕਰ ਕੀਤਾ, ਰੋਵੈ ਰਾਮ ਨਿਕਾਲਾ ਪਿਆ। ਜਦੋਂ 14 ਸਾਲਾਂ ਦਾ ਬਨਵਾਸ ਮਿਲਿਆ, ਪਿਤਾ ਨੇ ਬਹੁਤ ਦੁੱਖ ਮਨਾਇਆ, ਰਾਜਾ ਦਸ਼ਰਥ ਨੇ ਬਹੁਤ ਦੁੱਖ ਮਨਾਇਆ। ਉਹ ਤੋਂ ਬਾਅਦ ਵਿੱਚ ਜਿੱਥੇ ਰਾਜਾ ਦਸ਼ਰਥ ਜੀ ਦੁੱਖ ਮਨਾਉਂਦੇ ਨੇ, ਜਦੋਂ ਬਨਵਾਸ ਵਾਲੇ ਸਮੇਂ ਦੇ ਵਿੱਚੋਂ ਕੋਲੋਂ ਸੀਤਾ ਜੀ ਔਰ ਲక్ష్మణ ਜੀ ਘਰ ਵਾਲੀ ਪਤਨੀ ਤੇ ਜਦੋਂ ਭਰਾ ਦੋਵੇਂ ਵਿਛੜੇ, ਉਸ ਵਕਤ ਰਾਮ ਜੀ ਨੇ ਵੀ ਦੁੱਖ ਮਹਿਸੂਸ ਕੀਤਾ, ਦੁੱਖ ਮਨਾਇਆ। ਰੋਵੈ ਰਾਮ ਨਿਕਾਲਾ ਪਿਆ, ਸੀਤਾ ਲక్ష్మణ ਵਿਛੜ ਗਿਆ। ਜਦੋਂ ਦੋਵਾਂ ਤੋਂ ਵਿਛੋੜਾ ਪਿਆ, ਦੋਵਾਂ ਤੋਂ ਵਿਛੋੜੇ ਦੇ ਦੁੱਖ ਕਰਕੇ ਆਪਾਂ ਮਿਥਿਹਾਸ ਵਿੱਚ ਵੇਖਦੇ ਹਾਂ ਨਾ ਵੀ ਜਦੋਂ ਲక్ష్మణ ਜੀ ਦੁਖੀ ਹੁੰਦੇ ਨੇ, ਉਹਨਾਂ ਤੋਂ ਵਿਛੋੜਾ ਪੈਂਦਾ ਰਾਮ ਜੀ ਨੂੰ, ਤੇ ਉਦੋਂ ਉਹਨਾਂ ਨੇ ਆਪਣੇ ਦੁੱਖ ਨੂੰ, ਆਪਣੀ ਤੜਫਣਾ ਨੂੰ, ਵਿਰਾਗ ਨੂੰ ਪ੍ਰਗਟ ਕੀਤਾ। ਇਸੇ ਤਰ੍ਹਾਂ ਜਦੋਂ ਸੀਤਾ ਜੀ ਤੋਂ ਵਿਛੋੜਾ ਪੈਂਦਾ ਹੈ ਤੇ ਉਸ ਵਕਤ ਵੀ ਉਹ ਆਪਣੇ ਦੁੱਖ ਨੂੰ ਪ੍ਰਗਟ ਕਰਦੇ, ਉਹਨਾਂ ਨੇ ਆਪਣੀ ਤਕਲੀਫ ਦਾ ਪ੍ਰਗਟਾਵਾ ਕੀਤਾ। ਰੋਵੈ ਦਸ਼ਰ ਲੰਕ ਗਵਾਏ, ਜਿਨ ਸੀਤਾ ਆਦਿ ਡੋਰੂ ਆਏ। ਕੇਵਲ ਰਾਮ ਜੀ ਨਹੀਂ, ਰਾਮ ਜੀ ਤੋਂ ਬਾਅਦ ਵਿੱਚ ਰਾਵਣ ਦਾ ਵੀ ਜ਼ਿਕਰ ਕੀਤਾ। ਕਹਿੰਦੇ ਜਿਹੜਾ ਰਾਵਣ ਹੈ ਨਾ, ਉਹ ਵੀ ਰੋਇਆ, ਉਹ ਵੀ ਤਕਲੀਫ ਵਿੱਚ ਹੈ। ਰੋਵੈ ਦਸ਼ਰ ਲੰਕ ਗਵਾਏ,
ਆਪਣੀ ਲੰਕਾ ਗਵਾ ਕੇ ਉਹ ਵੀ ਬੜਾ ਤਕਲੀਫ, ਉਹ ਵੀ ਬੜਾ ਦੁਖੀ ਹੋਇਆ ਵੀ ਮੇਰੀ ਸਾਰੀ ਲੰਕਾ ਸਾੜਤੀ। ਜਿੱਥੇ ਲੰਕਾ ਸਾੜੀ ਉਸ ਲੰਕਾ ਦੇ ਸੜਨ ਕਰਕੇ ਵੀ ਦੁਖੀ ਹੈ। ਜਿਹਨੇ ਸੀਤਾ ਆਂਦੀ, ਜਿਹਨੇ ਛਲ ਕਰਕੇ ਫਰੇਬ ਕਰਕੇ ਕੀ ਕੀਤਾ ਸੀ, ਸੀਤਾ ਨੂੰ ਲੈ ਕੇ ਆਇਆ ਡਮਰੂ ਬਾਈ ਬਣ ਕੇ, ਤੇ ਇੱਕ ਫਕੀਰ ਹੀ ਗਿਆ ਸੀ ਨਾ, ਡਮਰੂ ਵਜਾਉਣ ਵਾਲਾ ਹੀ ਬਣ ਕੇ ਗਿਆ। ਉਹ ਡਮਰੂ ਵਜਾਉਣ ਵਾਲਾ ਬਣ ਕੇ ਡਮਰੂ ਵਜਾ ਕੇ ਉਹ ਸੀਤਾ ਜੀ ਨੂੰ ਲੈ ਆਉਂਦਾ, ਪਰ ਉਹ ਆਪਣੇ ਕੀਤੇ ਕਰਮ ਦਾ ਉਹਨੂੰ ਵੀ ਦੁੱਖ ਭੋਗਣਾ ਪਿਆ, ਉਹਨੂੰ ਵੀ ਫਲ ਭੋਗਣਾ ਪਿਆ। ਆਪਣੀ ਲੰਕਾ ਵੀ ਗਵਾ ਲਈ ਤੇ ਆਪਣੇ 10 ਸਿਰ ਵੀ ਗਵਾ ਲਏ, ਆਪਣੀ ਜਾਨ ਤੱਕ ਉਹਨੇ ਗਵਾ ਲਈ ਆਪਣੇ ਕੀਤੇ ਕਰਮ ਕਰਕੇ। ਰੋਵੇ ਪਾਂਡਵ ਭਏ ਮਜੂਰ ਜਿਨ ਕੈ ਸੁਆਮੀ ਰਹਿਤ ਹਦੂਰ। ਹੁਣ ਜਦੋਂ ਪਾਂਡਵਾਂ ਤੇ ਕੌਰਵਾਂ ਦਾ ਜ਼ਿਕਰ ਕੀਤਾ, ਰੋਵੇ ਪਾਂਡਵ ਭਏ ਮਜ਼ਦੂਰ, ਜਦੋਂ ਮਜ਼ਦੂਰੀ ਕਰਨੀ ਪੈ ਗਈ। ਹੁਣ ਕਿੱਥੇ ਬੰਦਾ ਰਾਜ ਭਾਗ ਭੋਗਦਾ ਹੈ, ਰਾਜ ਭਾਗ ਭੋਗਦਿਆਂ ਸਿੱਧੀ ਕੰਗਾਲਤਾ ਆ ਜਾਏ, ਕੰਗਾਲਤਾ ਤੋਂ ਬਾਅਦ ਮਜ਼ਦੂਰੀ ਕਰਨੀ ਪੈ ਜੇ ਤੇ ਉਹ ਬੰਦਾ ਸੁਖੀ ਹੋਏਗਾ? ਨਹੀਂ, ਉਹ ਤੇ ਮੱਥੇ ਤੇ ਹੱਥ ਮਾਰ ਰੋਏਗਾ ਵੀ ਇਹ ਕੀ ਬਣ ਗਿਆ। ਦਿਨ ਤਬਦੀਲ ਹੋ ਗਏ। ਅਕਸਰ ਦਿਨ ਬਦਲਣ ਦੇ ਉੱਤੇ ਬੰਦਾ ਅਹੰਕਾਰੀ ਵੀ ਹੋ ਜਾਂਦਾ ਹੈ, ਦਿਨ ਬਦਲਣ ਦੇ ਉੱਤੇ ਇਨਸਾਨ ਤੜਫ ਵੀ ਉੱਠਦਾ ਹੈ। ਜੇ ਤੇ ਗਰੀਬੀ ਤੋਂ ਦਿਨ ਬਦਲ ਕੇ ਅਮੀਰੀ ਵੱਲ ਆ ਜਾਣ ਤੇ ਬੰਦਾ ਹੰਕਾਰੀ ਆ ਜਾਂਦਾ, ਤੇ ਜੇ ਚੰਗੇ ਦਿਨਾਂ ਤੋਂ ਬਦਲ ਕੇ ਮਾੜੇ ਦਿਨ ਆ ਜਾਣ ਤੇ ਬੰਦਾ ਤੜਫ ਉੱਠਦਾ ਹੈ, ਬਿਰਲਾਪ ਕਰ ਉੱਠਦਾ ਵੀ ਆ ਕੀ ਹਾਲਾਤ ਹੀ ਬਦਲ ਗਏ, ਸਮਾਂ ਬਦਲ ਗਿਆ। ਹੁਣ ਸਾਹਿਬ ਜੀ ਨੇ ਆਖਿਆ, ਕਹਿੰਦੇ ਰੋਵੇ ਪਾਂਡਵ ਭਏ ਮਜ਼ਦੂਰ, ਜਦੋਂ ਮਜ਼ਦੂਰੀ ਕਰਨੀ ਪਈ ਉਹ ਵੀ ਕੁਰਲਾ ਉੱਠੇ ਜਿਨ ਕੈ ਸੁਆਮੀ ਰਹਿਤ ਹਦੂਰ। ਜਿੱਥੇ ਹਰ ਵਕਤ ਮਲਕੀਅਤ ਕੋਲੇ ਸੀ ਨਾ, ਉਹ ਮਲਕੀਅਤ ਤੋਂ ਬਾਅਦ ਵਿੱਚ ਜਦੋਂ ਹਾਲਾਤ ਬਦਲੇ, ਤਬਦੀਲੀ ਆਈ, ਹੁਣ ਨਤੀਜਾ ਤੇ ਆਪਣੇ ਕਰਮਾਂ ਦਾ ਹੀ ਸੀ ਨਾ। ਆਪਣੇ ਕਰਮਾਂ ਦਾ ਨਤੀਜਾ ਜੂਆ ਖੇਡਿਆ, ਜੂਆ ਦੇ ਵਿੱਚ ਸਭ ਕੁਝ ਹਾਰ ਗਏ। ਜਦੋਂ ਹਾਰ ਗਏ, ਮਜ਼ਦੂਰੀ ਕਰਨੀ ਪਈ। ਹੁਣ ਜੂਆ ਖੇਡਣ ਨੂੰ ਆਖਿਆ ਕਿਹਨੇ ਸੀ? ਕਰਮ ਤੇ ਆਪਣੇ ਹੀ ਨੇ ਨਾ, ਬੀਜਿਆ ਕਿਹਨੇ ਹੈ? ਆਪ। ਹੁਣ ਉਹ ਬੀਜੇ ਦਾ ਦੁੱਖ ਕਿਹਨੂੰ ਹੋਣਾ? ਸੁਭਾਵਿਕ ਜਿਹੀ ਗੱਲ ਹੈ, ਜੇ ਅੱਜ ਕੋਈ ਇਨਸਾਨ ਬਹੁਤ ਵੱਡੀ ਆਰਥਿਕਤਾ ਦਾ ਮਾਲਕ ਹੈ, ਉਹ ਮਾੜੇ ਕਰਮਾਂ ਵਿੱਚ ਪੈ ਜਾਏ, ਨਸ਼ੇ ਵਿੱਚ ਗਲਤਾਨ ਹੋ ਜਾਏ, ਮਾੜੀ ਸੰਗਤ ਵਿੱਚ ਬੈਠ ਜਾਏ, ਜੁਆਰੀ ਬਣ ਜਾਏ, ਜੂਆ ਖੇਡਣ ਲੱਗ ਜਾਏ, ਨਸ਼ੇ 'ਚ ਗਲਤਾਨ ਹੋ ਜਾਏ, ਉੱਥੇ ਵੱਡੀ ਆਰਥਿਕਤਾ ਕੀ ਕਰੇਗੀ? ਨਸ਼ੇ ਵਿੱਚ ਗਲਤਾਨ ਹੋਏ ਦੀ ਆਰਥਿਕਤਾ ਵੀ ਗਈ, ਜੂਆ ਖੇਡਦੇ ਹੋਏ ਦਾ ਹੋ ਸਕਦਾ ਘਰ ਸਭ ਕੁਝ ਵਿਕ ਜਾਏ। ਜੇ ਉਹ ਇਹਨਾਂ ਕਰਮਾਂ ਵਿੱਚ ਫਸ ਕੇ ਆਪਣਾ ਸਾਰਾ ਕੁਝ ਵੇਚ ਵੱਟ ਜਾਂਦਾ ਹੈ ਤੇ ਦੁੱਖ ਕਿਹਨੂੰ ਹੋਣਾ? ਆਪ ਹੀ ਦੁਖੀ ਹੋਏਗਾ ਨਾ, ਕਿਸੇ ਦਾ ਤੇ ਕੁਝ ਵੀ ਨਹੀਂ ਜਾਣਾ। ਸਮਝਾਉਣ ਵਾਲਿਆਂ ਤੇ ਸਮਝਾਇਆ ਕਿ ਸੱਜਣਾ ਕੰਮ ਨਾ ਕਰਿਆ ਕਰ, ਤੇਰੇ ਲਈ ਭਲਾ ਨਹੀਂ, ਆਪਣਾ ਨਹੀਂ, ਆਪਣੇ ਟੱਬਰ ਬਾਰੇ ਸੋਚ। ਵੀ ਤੂੰ ਤੇ ਜਿੱਦਾਂ ਨੂੰ ਜੀ ਕਰੇਗਾ ਚਲਾ ਜਾਏਗਾ, ਪਰ ਤੇਰੇ ਟੱਬਰ ਨੇ ਰੁਲ ਜਾਣਾ, ਤੇਰੇ ਪਰਿਵਾਰ ਨੇ ਰੁਲ ਜਾਣਾ, ਆਪਣੇ ਪਰਿਵਾਰ ਬਾਰੇ ਸੋਚ। ਪਰ ਉਦੋਂ ਇਨਸਾਨ ਨਹੀਂ ਸੋਚਦਾ, ਉਦੋਂ ਤੇ ਗਲਤ ਹੈ, ਉਦੋਂ ਤੇ ਗਲਤਾਨ ਹੈ। ਇੰਨਾ ਕਿ ਗਲਤਾਨ ਸੀ, ਸਭ ਕੁਝ ਗਵਾ ਲਿਆ। ਜਦੋਂ ਗਵਾ ਕੇ ਹੁਣ ਮੱਥੇ ਤੇ ਹੱਥ ਮਾਰਦਾ, ਮੈਂ ਸਮਝ ਜਾਂਦਾ ਚੰਗਾ ਹੁੰਦਾ, ਜੇ ਮੈਂ ਸਹੀ ਰਸਤੇ ਤੇ ਤੁਰ ਪੈਂਦਾ ਤੇ ਮੇਰਾ ਭਲਾ ਹੋ ਜਾਣਾ ਸੀ। ਤੇ ਸਾਹਿਬ ਦੀ ਆਖਦੇ, ਜਦੋਂ ਮਜ਼ਦੂਰੀ ਕਰਨੀ ਪਈ ਤੇ ਫਿਰ ਉਦੋਂ ਭੁੱਬਾਂ ਵੀ ਨਿਕਲ ਆਈਆਂ। ਰੋਵੇ ਜਨਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਪਿਆ। ਰੋਵੇ ਜਨਮੇਜਾ, ਰਾਜਾ ਜਨਮੇਜਾ, ਇਹ ਆਪਣੇ ਕੀਤੇ ਕਰਮਾਂ ਕਰਕੇ ਰੋਇਆ, ਇਹ ਕੀ ਕਾਰਨ ਪਾਪੀ ਪਿਆ? ਆਪਣੇ ਕੀਤੇ ਕਰਮਾਂ ਦੇ ਕਰਕੇ ਇਹ ਵੀ ਪਾਪੀ ਬਣ ਗਿਆ, ਔਰ ਇਹਨੂੰ ਵੀ ਦੁੱਖ ਫਿਰ ਭੋਗਣਾ ਪਿਆ। ਰੋਵੇ ਸੇਖ ਮਸਾਇਕ ਪੀਰ ਅੰਤਕਾਲ ਮਤ ਲਾਗੇ ਪੀੜ। ਸਾਰੇ ਜਿੰਨੇ ਵੀ, ਕੋਈ ਵੀ ਐਸਾ ਨਹੀਂ ਹੈ, ਕਿਉਂਕਿ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਨੂੰ ਵਿਸਰ ਜਾਂਦਾ ਹੈ, ਰੱਬ ਨੂੰ ਭੁੱਲ ਗਿਆ, ਚਾਹੇ ਕੋਈ ਸ਼ੇਖ ਹੈ, ਚਾਹੇ ਕੋਈ ਮਸਾਇਕ ਹੈ, ਤੇ ਭਾਵੇਂ ਕੋਈ ਪੀਰ ਹੈ, ਕੋਈ ਹੋਵੇ, ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕੋਈ ਦੇਵਤਾ ਹੈ, ਚਾਹੇ ਕੋਈ ਦੇਵ ਸਰੂਪ ਹੈ, ਜਿੱਦਾਂ ਮਰਜ਼ੀ ਵੱਡਾ ਕਿਉਂ ਨਾ ਹੋਵੇ, ਖੇਡ ਤੇ ਸਾਰੀ ਰੱਬੀ ਯਾਦ, ਰੱਬੀ ਚਿੰਤਨ ਤੇ ਖੜੋਤੀ। ਜੇ ਤੇ ਰੱਬੀ ਚਿੰਤਨ ਕੋਲੇ ਹੈ ਤੇ ਬਾਦਸ਼ਾਹ ਹਾਂ, ਜੇ ਰੱਬੀ ਚਿੰਤਨ ਕੋਲੇ ਨਹੀਂ, ਬਾਦਸ਼ਾਹੀ ਹੁੰਦਿਆਂ ਹੋਇਆਂ ਵੀ ਕੰਗਾਲ ਖਾਂ। ਜੇ ਰੱਬੀ ਚਿੰਤਨ ਕੋਲੇ, ਰੱਬੀ ਪ੍ਰੇਮ ਕੋਲੇ, ਰੱਬੀ ਯਾਦ ਕੋਲੇ ਹੈ ਤੇ ਝੌਂਪੜੀ ਵਿੱਚ ਬੈਠਿਆਂ ਵੀ ਰਾਜੇ ਆ, ਮਹਿਲਾਂ ਦਾ ਸੁੱਖ ਹੈ। ਤੇ ਜੇ ਰੱਬੀ ਚਿੰਤਨ ਕੋਲੇ ਨਹੀਂ, ਮਹਿਲ ਵਿੱਚ ਬੈਠੇ, ਰਾਜਗੱਦੀ ਤੇ ਬੈਠੇ ਵੀ ਭਿਖਾਰੀ ਬਣ ਕੇ ਦੁੱਖ ਭੋਗ ਰਹੇ ਆ। ਗੱਲ ਤੇ ਸਿਰਫ ਰੱਬੀ ਚਿੰਤਨ ਤੇ ਖੜੀ ਹੈ। ਸਾਹਿਬ ਦੀ ਆਖਦੇ, ਕਹਿੰਦੇ ਜਿੰਨੇ ਵੀ, ਚਾਹੇ ਕੋਈ ਰੋਵੇਂ ਸ਼ੇਖ ਮਸ਼ਾਇਕ ਪੀਰ, ਚਾਹੇ ਕੋਈ ਮਸ਼ਾਇਕ ਚੌਧਰੀ ਹੈ, ਚਾਹੇ ਕੋਈ ਸ਼ੇਖ ਹੈ, ਚਾਹੇ ਕੋਈ ਪੀਰ ਹੈ, ਇਹ ਸਾਰੇ ਆਪਣੇ ਕਰਮਾਂ ਕਰਕੇ ਕਰਲਾਉਂਦੇ ਨੇ, ਤੇ ਸਾਰੇ ਦੇ ਸਾਰੇ ਆਪਣੇ ਕਰਮਾਂ ਕਰਕੇ ਕਰਲਾਉਂਦੇ। ਅੰਤਕਾਲ ਮਤ ਲੱਗੇ ਭੀੜ, ਅਖੀਰ ਵੇਲੇ ਇਹਨਾਂ ਨੂੰ ਦੁੱਖ ਹੀ ਭੋਗਣਾ ਪੈਂਦਾ ਹੈ। ਰੋਵੇ ਗਜੇ ਕੰਨ ਪੜਾਏ ਘਰ ਘਰ ਮਾਗੇ ਭੀਖਿਆ ਜਾਏ। ਰੋਵੇ ਰਾਜੇ ਕੰਨ ਪੜਾਏ। ਹੁਣ ਰਾਜ ਭਾਗ ਭੋਗਣਾ ਬਹੁਤ ਸੌਖਾ ਹੈ, ਪਰ ਰਾਜ ਭਾਗ ਤੋਂ ਬਾਅਦ ਵਿੱਚ ਕੰਨ ਪੜਾ ਕੇ ਰੋਣਾ ਬਹੁਤ ਔਖਾ ਹੈ। ਕੰਨ ਪੜਾ ਕੇ ਰੋਣ ਤੋਂ ਭਾਵ ਵੀ ਰਾਜ ਭਾਗ ਕਰਦੇ ਸੀ, ਰਾਜਗੱਦੀ ਤੇ ਬੈਠੇ ਸੀ, ਜਿੱਧਰ ਨੂੰ ਜੀ ਕਰਦਾ ਸੀ ਉਧਰ ਨੂੰ ਘੋੜੇ ਤੇ ਸਵਾਰ ਹੋ ਕੇ ਤੁਰ ਪੈਣਾ। ਜਦੋਂ ਕਿਸੇ ਕਾਰਨ ਕਰਕੇ ਠੇਸ ਵੱਜੀ, ਠੋਕਰ ਲੱਗੀ, ਤੇ ਆਖਿਆ ਜੀ ਅਸੀਂ ਤੇ ਤਿਆਗੀ ਬਣਨਾ, ਤਿਆਗੀ ਬਣ ਕੇ ਛੱਡਤਾ ਰਾਜ ਭਾਗ ਵਿੱਚ, ਸਾਰਾ ਕੁਝ ਛੱਡਤਾ। ਹੁਣ ਸਾਰਾ ਕੁਝ ਛੱਡਣ ਤੋਂ ਬਾਅਦ ਕੀ ਕਰ ਲਿਆ? ਕੰਨਾਂ 'ਚ ਪਾਲੀਆਂ ਮੁੰਦਰਾਂ, ਅਸੀਂ ਤੇ ਤਿਆਗੀ ਆ ਜੀ, ਤਿਆਗੀ ਬਣ ਕੇ ਕੰਨ ਪੜਾ ਲਏ। ਹੁਣ ਜਦੋਂ ਕੰਨ ਪੜਾਏ, ਤਿਆਗੀ ਬਣੇ, ਕਿੱਥੇ ਇੱਕ ਆਵਾਜ਼ ਉੱਤੇ ਅੱਗੋਂ ਸੇਵਾ ਕਰਨ ਵਾਲਿਆਂ ਦੀ ਲੈਣ ਲੱਗ ਜਾਂਦੀ। ਰਾਜਾ ਸੀ, ਸੇਵਾਦਾਰ ਚੌਬਦਾਰ ਖੜੇ ਨੇ ਲਾਈਨਾਂ ਲਾ ਕੇ, ਰਾਜਨ ਕੁਝ ਵੀ ਮੰਗ ਸਕਦਾ ਹੈ, ਅਸੀਂ ਉਹਨਾਂ ਦੀ ਸੇਵਾ 'ਚ ਤੱਤ ਪਾ ਰਹੇ। ਤੇ ਹੁਣ ਲੋਕਾਂ ਦੇ ਘਰਾਂ ਕੇ ਜਾ ਕੇ ਦਰਵਾਜ਼ੇ ਖੜਕਾ ਕੇ ਲੋਕਾਂ ਦੇ ਖੱਪਰ ਅੱਡ ਕੇ ਮੰਗਣਾ ਪੈਂਦਾ। ਕਿਸੇ ਦਾ ਜੀ ਕਰਦਾ ਦਾਨ ਪਾਉਂਦਾ, ਕਿਸੇ ਦਾ ਜੀ ਕਰਦਾ ਖੈਰ ਦਿੰਦਾ, ਜਿਹਦਾ ਨਹੀਂ ਕਰਦਾ ਉਹ ਕਹਿੰਦਾ ਵੀ ਚੱਲ ਦਾਂ। ਹੁਣ ਜਿਹਨੂੰ ਰਾਜ ਭਾਗ ਗੱਦੀ ਤੇ ਬੈਠੇ ਨੂੰ ਸੁੱਖ ਐਸ਼ੋ ਆਰਾਮ ਜਿਹਨੇ ਮਾਣਿਆ ਹੋਵੇ, ਉਹਨੂੰ ਠੂਠਾ ਚੱਕ ਕੇ ਮੰਗਣਾ ਕਿਤੇ ਸੌਖਾ ਲੱਗਦਾ। ਸਾਹਿਬ ਦੀ ਆਖਦੇ, ਕਹਿੰਦੇ ਰੋਵੇ ਰਾਜੇ ਕੰਨ ਪੜਾਏ, ਆਪਣੇ ਕੰਨ ਪੜਾ ਕੇ ਤੇ ਰੋਏ ਬੜਾ। ਕਿਉਂ ਰੋਣ ਦਾ ਕਾਰਨ? ਕੀ ਘਰ ਘਰ ਮੰਗਿਆ ਭੀਖਿਆ ਜਾਏ। ਹੁਣ ਘਰ ਘਰ ਵਿੱਚ ਜਾ ਕੇ ਮੰਗਦੇ ਨੇ ਵੀ ਲਿਆਓ ਭਾਈ, ਫਕੀਰ ਦੀ ਝੋਲੀ ਵਿੱਚ ਖੈਰ ਪਾਓ। ਉਹਨੂੰ ਖੈਰ ਕਿਸੇ ਦਾ ਜੀ ਕਰਦਾ ਕੋਈ ਪਾਉਂਦਾ ਹੈ, ਤੇ ਕਿਸੇ ਦਾ ਜੀ ਕਰਦਾ ਅਗਲਾ ਧੱਕੇ ਮਾਰ ਕੇ ਗਾਂ ਤੋੜ ਦਿੰਦਾ ਹੈ ਵੀ ਚੱਲ ਭਾਈ ਚੰਗਾ ਤੋਇਆ ਫਿਰਦਾ, ਲੱਤਾਂ ਪੈਰ ਸਲਾਮਤ ਨੇ, ਐਵੇਂ ਮੰਗਦਾ ਫਿਰਦਾ, ਜਾ ਕੇ ਕੋਈ ਮਿਹਨਤ ਦਾ ਡੱਕਾ ਤੋੜ। ਉਦੋਂ ਫਿਰ ਦੁਖੀ ਹੁੰਦਾ, ਮੈਂ ਤਾਂ ਚੰਗਾ ਸਾਂ ਰਾਜਗੱਦੀ ਤੇ ਬੈਠਾ ਸਾਂ, ਜੇ ਰਾਜਗੱਦੀ ਤੇ ਬੈਠਿਆ ਮੈਨੂੰ ਕੋਈ ਇੰਨੀ ਗੱਲ ਬੋਲਦਾ, ਮੈਂ ਤੇ ਸਾਰਾ ਟੱਬਰ ਕੰਗਾਲ ਕਰ ਦੇਣਾ ਸੀ। ਉਸ ਵਕਤ ਤੇ ਰਾਜਾ ਇਹੀ ਸੋਚਦਾ ਨਾ ਵੀ ਮੈਨੂੰ ਇੰਨੇ ਲਫ਼ਜ਼ ਕਿਹੜਾ ਵਰਤ ਗਿਆ। ਜੇ ਮੈਂ ਰਾਜਗੱਦੀ ਤੇ ਬੈਠਾ ਹੁੰਦਾ ਤੇ ਮੈਨੂੰ ਰਾਜੇ ਤੋਂ ਬਿਨਾਂ ਕਿਸੇ ਬੋਲਣਾ ਨਹੀਂ ਸੀ। ਮੇਰੇ ਅੱਗੇ ਬੋਲਣ ਵਾਲੇ ਹੱਥ ਜੋੜ ਕੇ ਖੜੋਤੇ ਹੁੰਦੇ ਸਨ। ਜੇ ਕਿਸੇ ਨੇ ਮੇਰੇ ਕੋਲੋਂ ਕੁਝ ਮੰਗਣਾ ਵੀ ਹੁੰਦਾ ਸੀ ਨਾ, ਉਹ ਵੀ ਹੱਥ ਜੋੜ ਕੇ ਖੜਾ। ਮੈਨੂੰ ਕਿਸੇ ਨੇ ਕੁਝ ਆਖਣਾ, ਉਹ ਵੀ ਹੱਥ ਜੋੜ ਕੇ ਖੜਾ। ਮੇਰੇ ਕੋਲੋਂ ਇਨਸਾਫ ਮੰਗਣ ਆਇਆ, ਉਹ ਵੀ ਹੱਥ ਜੋੜ ਕੇ ਖੜਾ। ਮੇਰੇ ਦਰ ਤੇ ਗੁਹਾਰ ਲਾਉਣ ਆਇਆ, ਉਹ ਵੀ ਹੱਥ ਜੋੜ ਕੇ ਖੜਾ। ਸਾਰੇ ਹੱਥ ਜੋੜ ਕੇ ਖੜੇ। ਉਹਨਾਂ ਦੇ ਵਿੱਚੋਂ ਜੇ ਮੇਰੇ ਸਾਹਮਣੇ ਕੋਈ ਆਵਾਜ਼ ਉੱਚੀ ਚੁੱਕ ਲੈਂਦਾ ਸੀ ਨਾ, ਮੈਂ ਤੇ ਫਾਂਸੀ ਦੇ ਦਿੰਦਾ ਸਾਂ ਵੀ ਚੱਲ ਭਾਈ ਤੂੰ ਰਾਜੇ ਸਾਹਮਣੇ ਬੋਲਣ ਦਾ ਹਿਆ ਕਿਵੇਂ ਕੀਤਾ। ਪਰ ਹੁਣ ਜਦੋਂ ਰਾਜੇ ਨੂੰ ਵੱਜਦੇ ਧੱਕੇ, ਹੁਣ ਰਾਜਾ ਕੁਰਲਾ ਉੱਠਦਾ ਹੈ। ਲੋਕ ਇਹ ਵੀ ਕਹਿ ਦਿੰਦੇ ਨਾ, ਉਦੋਂ ਸਾਡੇ ਨਾਲ ਕਿਦਾਂ ਦਾ ਵਰਤਾਓ ਕਰਦਾ ਸੀ ਭਾਈ, ਰਾਜਗੱਦੀ ਤੇ ਬੈਠਾ ਸੀ, ਤੂੰ ਸਾਡੀ ਆਇਆਂ ਦੀ ਫਰਿਆਦ ਨਹੀਂ ਸੀ ਸੁਣੀ। ਅੱਜ ਦਿਨ ਬਦਲ ਗਏ ਨਾ, ਜਾਂ ਅਸੀਂ ਵੀ ਤੇਰੀ ਝੋਲੀ 'ਚ ਖੈਰ ਨਹੀਂ ਪਾਉਣੀ। ਫਿਰ ਕੁਰਲਾਉਂਦਾ ਹੋਇਆ ਦੁਖੀ ਹੁੰਦਾ ਹੈ। ਰੋਵੇ ਕਿਰਪਨ ਸੰਚੇ ਤਨ ਜਾਏ ਪੰਡਤ ਰੋਵੇ ਗਿਆਨ ਗਵਾਏ। ਰੋਵੇ ਕਿਰਪਨ ਕਹਿੰਦੇ ਕੰਜੂਸ ਨੂੰ। ਬੰਦੇ ਨੇ ਤੇਲੀ ਕਰਕੇ ਇਕੱਠਾ ਕੀਤਾ ਹੋਵੇ ਸਾਰਾ ਕੁਝ। ਕਿਰਪਨ ਕੰਜੂਸ ਬੰਦਾ ਕੀ ਕਰਦਾ? ਰੁਪਈਆ 2 ਰੁਪਈਏ ਕਰਕੇ 5 ਰੁਪਈਏ ਕਰਕੇ ਜੋੜਦਾ। ਕੰਜੂਸੀ ਨਾ, ਇੱਥੇ ਸੂਮ ਦੀ ਗੱਲ ਹੈ ਕਿਰਪਨ ਦੀ। ਹੁਣ ਉਹਨੇ ਜੋੜਿਆ ਬਹੁਤ, ਸਿਰਫ ਜਿੱਥੇ ਜ਼ਰੂਰਤ ਸੀ ਨਾ ਉੱਥੇ ਵੀ ਨਹੀਂ ਖਰਚਿਆ। ਵੀ ਨਹੀਂ ਰੱਖ ਲਓ, ਅਗਾਂਹ ਕੰਮ ਆਏ, ਉਹ ਅਗਾਂਹ ਕੰਮ ਆਏਗਾ, ਉਹ ਅਗਾਂਹ ਹੀ ਰਹਿ ਗਿਆ, ਉੱਥੇ ਤੱਕ ਪੜਿਆ ਹੀ ਨਹੀਂ। ਆਪਣੇ ਜੀਵਨ ਦੇ ਅੰਦਰ ਸੂਮ ਨੇ ਕੀ ਕੀਤਾ? ਮੈਂ ਆਪਣੇ ਅੱਗੇ ਵਾਸਤੇ ਜੋੜ ਲਾਂ। ਉਹ ਅੱਗੇ ਵਾਸਤੇ ਇੰਨਾ ਕੁ ਜੋੜਦਾ ਰਿਹਾ, ਉਹ ਅੱਗਾ ਆਇਆ ਹੀ ਨਹੀਂ। ਉਦੋਂ ਪਹਿਲਾਂ ਆਪਦਾ ਹੀ ਵਾਜਾ ਬੋਲ ਗਿਆ। ਮਤਲਬ ਕਿ ਇਹ ਵੀ ਜੋੜਦਾ ਹੀ ਰਹਿ ਗਿਆ, ਸੰਸਾਰ ਤੋਂ ਕੂਚ ਕਰ ਗਿਆ। ਜਦੋਂ ਸੰਸਾਰ ਤੋਂ ਚਲੇ ਗਿਆ ਜਾਂ ਅਖੀਰ ਵੇਲੇ ਉਹ ਧਨ ਨਾ ਮਿਲਿਆ ਤੇ ਕੀ ਹੋਇਆ? ਫਿਰ ਉਹ ਦੁਖੀ ਹੁੰਦਾ ਵੀ ਮੈਂ ਤੇ ਇੰਨੀ ਮਿਹਨਤ ਕੀਤੀ ਸੀ, ਇੰਨੀ ਮਸ਼ੱਕਤ ਕੀਤੀ, ਮੈਂ ਤੇ ਰੋਟੀ ਤੋਂ ਵੀ ਆਦਤ ਹੋ ਕੇ ਜੋੜਿਆ, ਤੇ ਹੁਣ
ਦੁਖੀ ਹੁੰਦਾ, ਜਿਹਨੂੰ ਸੌਖੇ ਲਫ਼ਜ਼ਾਂ 'ਚ ਆਪਾਂ ਸਮਝ ਲਈਏ, ਸੂਹ ਬੰਦੇ ਨੇ ਨਾ ਬੜਾ ਤਨ ਕੰਜੂਸੀ ਕਰ ਕਰਕੇ ਜੁੜਿਆ, ਤੇ ਜਦੋਂ ਖਾਣ ਦੀ ਵਾਰੀ ਆਈ ਨਾ ਬਹਿ ਕੇ, ਤੇ ਉਦੋਂ ਪਰਿਵਾਰ ਦੇ ਪੁੱਤਰਾਂ ਧੀਆਂ ਨੇ ਆਖਿਆ ਵੀ ਚੱਲ ਬਾਬਾ ਹੈ ਨਹੀਂ ਇੱਥੇ ਤੇਰੇ ਵਾਸਤੇ ਕੁਛ, ਤੇ ਜਦੋਂ ਅਗਲੇ ਚੁੱਕ ਕੇ ਬਿਰਧ ਆਸ਼ਰਮ ਛੱਡ ਆਉਂਦੇ ਨਾ, ਫਿਰ ਮੱਥੇ ਤੇ ਹੱਥ ਮਾਰਦਾ ਵੀ ਮੈਂ ਤੇ ਐਵੇਂ ਜੋੜਦਾ ਰਿਹਾ, ਵੀ ਮੈਂ ਤੇ ਸੋਚਿਆ ਸੀ ਵੀ ਇਹਨਾਂ ਵਾਸਤੇ ਜੋੜਿਆ, ਇਹ ਬਜ਼ੁਰਗੀ ਵਿੱਚ ਮੈਨੂੰ ਸਾਂਭਣਗੇ, ਅਗਲਿਆਂ ਨੇ ਤੇ ਠੇਡਾ ਮਾਰ ਕੇ ਬਾਹਰ ਕੱਢਦਾ। ਹੁਣ ਉੱਥੇ ਬਿਰਧ ਆਸ਼ਰਮ ਵਿੱਚ ਬੈਠਾ ਨਾਲੇ ਮੱਥੇ ਤੇ ਹੱਥ ਮਾਰਦਾ ਹੈ, ਨਾਲੇ ਅੱਖਾਂ 'ਚੋਂ ਹੰਝੂ ਕੇਰਦਾ ਹੈ, ਨਾਲੇ ਸੋਚੀ ਜਾਂਦਾ ਮੈਂ ਤੇ ਐਵੇਂ ਜੋੜਦਾ ਰਿਹਾ। ਦੁਖੀ ਹੋਇਆ ਨਾ ਆਪਣੇ ਕੀਤੇ ਕਰਕੇ। ਤੇ ਸਾਹਿਬ ਜੀ ਫਿਰ ਆਖਦੇ ਪੰਡਤ ਰੋਵੇਂ ਗਿਆਨ ਗਵਾਏ। ਪੰਡਤ ਮਤਲਬ ਗਿਆਨਵਾਨ, ਜਿਹਨੂੰ 4 ਅੱਖਰ ਗਿਆਨ ਦੇ ਆ ਜਾਂਦੇ, ਉਹ ਕਹਿੰਦਾ ਵੀ ਦੁਨੀਆ ਤੇ ਬਸ ਮੈਂ ਹੀ ਗਿਆਨਵਾਨ ਆ, ਮੇਰੇ ਤੋਂ ਬਿਨਾਂ ਰੱਬ ਨੇ ਕਿਸੇ ਨੂੰ ਗਿਆਨ ਦਿੱਤਾ ਹੀ ਨਹੀਂ ਜਿਹਨੂੰ 4 ਅੱਖਰ ਆ ਜਾਣ। ਪਰ ਉਹ ਰੱਬੀ ਦਾਤ ਹੈ, ਅੱਜ ਰੱਬ ਨੇ ਦਾਤ ਗਿਆਨ ਦੀ ਦਿੱਤੀ, ਹੋ ਸਕਦਾ ਕੱਲ ਖੋਹ ਲਏ। ਜਿੰਨਾ ਚਿਰ ਤੇ ਗਿਆਨ ਸੀ ਉਹਨਾਂ ਚਿਰ ਬੋਲਣ ਦਾ ਨਹੀਂ ਪਤਾ ਲੱਗਾ, ਮਤਲਬ ਹੰਕਾਰੀ ਸੀ ਇਹਨਾਂ, ਕਿਸੇ ਨਾਲ ਕਿਵੇਂ ਬੋਲਣਾ, ਕਿਸੇ ਨਾਲ ਕਿਵੇਂ ਨਹੀਂ ਬੋਲਣਾ, ਇਸ ਗੱਲ ਨੂੰ ਵੀ ਨਹੀਂ ਸਮਝ ਸਕਿਆ। ਤੇ ਜਿੱਦਣ ਰੱਬ ਨੇ ਕੋਲੋਂ ਗਿਆਨ ਖੋਲਿਆ, ਉਦੋਂ ਰੋਂਦਾ ਹੈ, ਉਦੋਂ ਕਰਲਾਉਂਦਾ। ਕਿਉਂ? ਪਹਿਲਾਂ ਲੋਕ ਕਹਿੰਦੇ ਸਨ ਸਾਨੂੰ ਸਾਡੇ ਨਾਲ ਵਿਚਾਰ ਕਰੋ, ਸਾਡੇ ਨਾਲ ਬੋਲੋ। ਹੁਣ ਲੋਕਾਂ ਨੂੰ ਆਪ ਜਾ ਕੇ ਕਹਿੰਦਾ ਵੀ ਮੈਨੂੰ ਵੀ ਪੁੱਛ ਲਓ, ਮੈਂ ਵੀ ਗਿਆਨਵਾਨ ਹੁੰਦਾ ਸੀ। ਪਰ ਉਹ ਸਮੇਂ ਤੇ ਹੁਣ ਦੇ ਸਮੇਂ ਵਿੱਚ ਫਰਕ ਹੈ, ਜਿਹਨੂੰ ਮਾਲਕ ਪਾਤਸ਼ਾਹ ਜੀ ਨੇ ਨਾ ਬਾਣੀ ਦੇ ਅੰਦਰ ਜਦੋਂ ਜ਼ਿਕਰ ਕੀਤਾ, ਤੇ ਸਤਿਗੁਰੂ ਆਖਦੇ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਦੀ ਸੱਤਾ ਹੈ, ਉਹਦੀ ਸੱਤਾ, ਉਹਦੀ ਤਾਕਤ ਹੈ ਕਿ ਉਹ ਇਸ ਢੰਗ ਦਾ ਮਾਲਕ ਹੈ, ਇਸ ਤਰੀਕੇ ਦਾ ਮਾਲਕ ਹੈ ਵੀ ਉਹ ਪਰਮੇਸ਼ਵਰ ਨਾ ਜਲਾਂ ਥਲਾਂ ਤੋਂ ਮਾਰੂ ਥਲ ਬਣਾ ਦਿੰਦਾ ਹੈ। ਜਿੱਥੇ ਜਲ ਦੀ ਪਰਮਾਰ ਹੈ ਨਾ, ਉੱਥੇ ਮਾਰੂ ਥਲ ਬਣਾ ਸਕਦਾ ਹੈ, ਤੇ ਜਿੱਥੇ ਬਹੁਤ ਵੱਡੀਆਂ ਵੱਡੀਆਂ ਖਾਈਆਂ, ਉੱਥੇ ਇੱਕ ਖਿਣ ਮਾਤਰ ਸਮੇਂ ਵਿੱਚ ਪਹਾੜ ਖੜੇ ਕਰ ਸਕਦਾ, ਉਹਦੀ ਸਮਰੱਥ ਹੈ। ਔਰ ਨਾਲੇ ਗੁਰੂ ਸਾਹਿਬ ਜੀ ਫਿਰ ਇਹ ਆਖਦੇ ਵੀ ਉਹ ਤੇ ਐਡਾ ਸਮਰੱਥ ਹੈ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਸਮਰੱਥਾ ਤੇ ਉਹਦੀ ਹੈ। ਹੋ ਸਕਦਾ ਦੁਨੀਆ ਸਾਰੀ ਜ਼ਿੰਦਗੀ ਇਹ ਕਹਿੰਦੀ ਰਹੀ ਹੋਵੇ ਇਹਦੇ ਵਰਗਾ ਮੂਰਖ ਕੋਈ ਨਹੀਂ, ਰੱਬ ਨੇ ਤੇ ਰਹਿਮਤ ਹੀ ਕਰਨੀ ਨਾ। ਖਲ ਮੂਰਖ ਤੇ ਪੰਡਿਤ ਕਰਵੋ, ਜਿਹਨੂੰ ਬਹੁਤ ਵੱਡਾ ਖਲ ਮੂਰਖ ਕਹਿੰਦੇ ਸੀ ਨਾ, ਮੂਰਖਾਂ ਤੋਂ ਵੀ ਵੱਡਾ ਮੂਰਖ ਰੱਬ ਜੀ ਨੇ ਪੰਡਿਤ ਬਣਾਤਾ, ਮਤਲਬ ਗਿਆਨਵਾਨ ਬਣਾਤਾ। ਤੇ ਜਿਸ ਬੰਦੇ ਦੇ ਗਿਆਨ ਦੀ ਮਿਸਾਲ ਦਿੰਦੇ ਸਨ ਲੋਕ, ਦੋਵੇਂ ਮਿਸਾਲਾਂ ਨੇ, ਮੂਰਖਤਾਈ ਦੀ ਵੀ ਮਿਸਾਲ ਦਿੰਦੇ ਸਨ ਵੀ ਇਹਦੇ ਵਰਗਾ ਪਾਗਲ ਕੋਈ ਨਹੀਂ, ਰੱਬ ਨੇ ਉਹਨੂੰ ਬਹੁਤ ਵੱਡਾ ਗਿਆਨਵਾਨ ਬਣਾਤਾ। ਤੇ ਗਿਆਨਵਾਨ ਪੁਰਸ਼ ਦੀ ਮਿਸਾਲ ਦਿੰਦੇ ਸੀ ਵੀ ਰੱਬ ਨੇ ਗਿਆਨੀ ਤੇ ਬਹੁਤ ਪੈਦਾ ਕੀਤੇ, ਪਰ ਇਹਦੇ ਵਰਗਾ ਗਿਆਨਵਾਨ ਕੋਈ ਨਹੀਂ, ਬਸ ਇੱਕ ਖੇਡ ਮਾਤਰ ਸਮਾਂ ਲੱਗਾ, ਤਖਤਾ ਪਲਟ ਕੇ ਰੱਖਤਾ। ਜਿਹਨੂੰ ਮੂਰਖ ਕਹਿੰਦੇ ਸਾਨੂੰ ਗਿਆਨਵਾਨ ਬਣਾਤਾ, ਤੇ ਜਿਹਨੂੰ ਗਿਆਨਵਾਨ ਕਹਿੰਦੇ ਸਾਨੂੰ ਉਹ ਹੁਣ ਮੂਰਖਤਾਈ ਬਸ ਹੋਇਆ, ਕਦੇ ਕਿਤੇ ਦੌੜਿਆ। ਫਿਰ ਉਹਨੂੰ ਇੰਨੀ ਵੀ ਸੋਝੀ ਨਹੀਂ ਰਹੀ ਕਿ ਮੈਂ ਆਪਣੀਆਂ ਸਰੀਰਕ ਕਿਰਿਆਵਾਂ ਕਿਵੇਂ ਕਰਨੀਆਂ। ਅਕਾਲ ਪੁਰਖ ਪਰਮੇਸ਼ਵਰ ਜੀ ਦੀ ਖੇਡ ਹੈ ਸਾਰੀ। ਤੇ ਗੁਰੂ ਬਾਬਾ ਜੀ ਉੱਥੇ ਆਖਦੇ ਪੰਡਿਤ ਉਦੋਂ ਕੁਰਲਾ ਉੱਠਦਾ, ਗਿਆਨਵਾਨ ਉਦੋਂ ਕੁਰਲਾ ਉੱਠਦਾ ਜਦੋਂ ਕੋਲੋਂ ਗਿਆਨ ਚਲਾ ਜਾਵੇ। ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਬਾਲੀ ਕਹਿੰਦੇ ਇਸਤਰੀ ਨੂੰ, ਰੋਵੈ ਇਸਤਰੀ ਰੋ ਉੱਠਦੀ ਆ, ਕੁਰਲਾ ਉੱਠਦੀ ਆ ਜਦੋਂ ਉਹਦਾ ਪਤਾਰ ਉਹਦੇ ਸਿਰ ਤੋਂ ਚਲਾ ਜਾਏ, ਮਤਲਬ ਪਤੀ ਸਿਰ ਤੋਂ ਚਲਾ ਜਾਏ, ਪਤਨੀ ਰੋ ਉੱਠੀ, ਤੇ ਪਤਨੀ ਸਿਰ ਤੋਂ ਚਲੀ ਜਾਏ ਤੇ ਪਤੀ ਕੁਰਲਾ ਉੱਠਿਆ, ਬਾਲੀ ਰੋਵੈ ਨਾਹੀਂ ਪਤਾਰ। ਤੇ ਅਖੀਰ ਬਾਪੂ ਜੀ ਨੇ ਆ ਕੇ ਫਿਰ ਮਰਦਾਨਾ ਜੀ ਨੂੰ ਆਖਿਆ, ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਕਿਹਦੇ ਵੱਲ ਝਾਤ ਮਾਰਾਂਗੇ, ਕਿਹਦੇ ਵੱਲ ਵੇਖਾਂਗੇ? ਅੱਜ ਦੇ ਸਮੇਂ ਵਿੱਚ, ਅੱਜ ਦੇ ਹਾਲਾਤਾਂ ਵਿੱਚ ਕੋਈ ਇਨਸਾਨ ਦਾਅਵਾ ਕਰਕੇ ਨਹੀਂ ਕਹਿ ਸਕਦਾ ਕਿ ਮੈਂ ਸੁਖੀ ਹਾਂ। ਹਰ ਬੰਦਾ ਦੁਖੀ ਹੈ, ਕੋਈ ਕਿਸੇ ਹੱਥੋਂ ਦੁਖੀ ਹੈ, ਕੋਈ ਕਿਸੇ ਹੱਥੋਂ, ਕੋਈ ਆਪਣੇ ਕਰਮਾਂ ਕਰਕੇ ਦੁਖੀ ਹੈ, ਕੋਈ ਆਪਣੀ ਔਲਾਦ ਹੱਥੋਂ ਦੁਖੀ ਹੈ, ਕੋਈ ਆਪਣੇ ਪਰਿਵਾਰ ਕਰਕੇ ਦੁਖੀ ਹੈ, ਕੋਈ ਆਪਣੇ ਕਿਸੇ ਢੰਗ ਕਰ, ਕਿਉਂਕਿ ਹੈ ਤੇ ਕਰਮਾਂ ਦਾ ਫਲ ਹੀ ਹੈ ਨਾ। ਜੇ ਔਲਾਦ ਹੱਥੋਂ ਵੀ ਦੁਖੀ ਹੈ, ਤੇ ਔਲਾਦ ਵੀ ਤੇ ਸਾਡੇ ਬੀਜੇ ਕਰਮਾਂ ਦਾ ਹੀ ਨਤੀਜਾ ਨਾ, ਵੀ ਅਸੀਂ ਉਹਨਾਂ ਦੇ ਅੰਦਰ ਕਿੱਦਾਂ ਦਾ ਬੀਜ ਬੀਜਿਆ। ਜੇ ਅਸੀਂ ਉਹਨਾਂ ਦੇ ਅੰਦਰ ਗੁਰਮਤ ਦੀ ਗੁੜਤੀ, ਉਹਨਾਂ ਨੂੰ ਗੁਰੂ ਦੀ ਮੱਤ, ਗੁਰੂ ਦਾ ਗਿਆਨ ਦਿੱਤਾ ਹੁੰਦਾ, ਤੇ ਔਲਾਦ ਤੋਂ ਕਿਵੇਂ ਦੁਖੀ ਹੋ ਜਾਂਦੇ। ਤੇ ਜੇ ਅਸੀਂ ਹੀ ਉਹਨਾਂ ਦੇ ਅੰਦਰ ਮਨ ਮੱਤ ਦਾ ਬੀਜ ਪਾਇਆ ਹੈ, ਤੇ ਅਸੀਂ ਦੁਖੀ ਹੋਈ ਹੋਣਾ। ਕੋਈ ਆਪਣੇ ਕਰਮਾਂ ਕਰਕੇ ਹੀ ਦੁਖੀ ਹੈ, ਜੋ ਕਰਮ ਕਰਦਾ ਰਿਹਾ, ਕਰਮ ਕੀਤੇ ਹਾਂ, ਸੋਚਿਆ ਕੋਈ ਨਹੀਂ, ਸਮਝਿਆ ਕੋਈ ਨਹੀਂ, ਵਿਚਾਰਿਆ ਕੋਈ ਨਹੀਂ, ਜਦੋਂ ਨਤੀਜਾ ਆ ਗਿਆ ਉਦੋਂ ਕੁਰਲਾ ਉੱਠਿਆ। ਕੋਈ ਕਿਸੇ ਢੰਗ ਨਾਲ ਦੁਖੀ, ਕੋਈ ਆਪਣੇ ਕਾਰ ਵਿਹਾਰ ਕਰਕੇ ਦੁਖੀ ਹੈ, ਕੋਈ ਆਪਣੇ ਸਰੀਰ ਕਰਕੇ ਦੁਖੀ ਹੈ, ਕੋਈ ਆਪਣੇ ਰੋਗ ਕਰਕੇ ਦੁਖੀ ਹੈ। ਜਿਹਨੂੰ ਨਾ ਆਪਾਂ ਜਦੋਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਆ ਨਾ, ਤੇ ਮਾਲਕ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕਰਦਿਆਂ ਹੋਇਆ ਨਾ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਸਤਿਗੁਰੂ ਜੀ ਉੱਥੇ ਆਖਦੇ ਖਿੰਦੇ ਵੀ ਜਦੋਂ ਸੰਸਾਰ ਉੱਤੇ ਮੈਂ ਵੇਖਿਆ ਨਾ, ਬਾਬਾ ਫਰੀਦ ਜੀ, ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਵਾਇਆ ਜੱਗ, ਉੱਤੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਜਿਸ ਮਰਜ਼ੀ ਘਰ ਵਿੱਚ ਝਾਤ ਮਾਰ ਲਈਏ ਉਸ ਘਰ 'ਚ ਕੀ ਹੈ? ਦੁੱਖ। ਬੜੇ ਚੰਗੇ ਭਾਗਾਂ ਵਾਲੇ ਨੇ ਉਹ ਘਰ ਜਿਨ੍ਹਾਂ ਘਰਾਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਸੁੱਖਾਂ ਦੀ ਦਾਤ ਹੈ। ਨਹੀਂ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਹਰ ਪਰਿਵਾਰ, ਹਰ ਮਨੁੱਖ ਕੁਰਲਾਉਂਦਾ ਹੀ ਨਜ਼ਰ ਆਇਆ। ਇੱਕ ਬੜਾ ਪਿਆਰਾ ਸ਼ਲੋਕ ਬਾਬਾ ਫਰੀਦ ਜੀ ਦਾ, ਉਹ ਕਹਿੰਦੇ ਕਿਜ ਨਾ ਬੁੱਝਿਆ ਕਿਜ ਨਾ ਸੁਝਿਆ ਦੁਨੀਆ ਕੁਝ ਹੀ ਪਾ। ਸਮਝ ਨਹੀਂ ਨਾ ਕੁਝ ਵੀ। ਅਸੀਂ ਵੀ ਆਪਣਾ ਸੰਸਾਰੀ ਜੀਵਨ ਜਿਉਂਦੇ ਹਾਂ, ਅਸੀਂ ਵੀ ਸਮਝ ਤੋਂ ਪਾਸੇ ਬੈਠੇ ਹਾਂ, ਪਰ ਕਹਿੰਦੇ ਵੀ ਮੈਂ ਆਪਣੇ ਮਾਲਕ ਤੋਂ ਕੁਰਬਾਨ ਜਾਣਾ, ਆਪਣੇ ਸਾਹਿਬ ਤੋਂ ਕੁਰਬਾਨ ਜਾਣਾ, ਜਿਹਨੇ ਕਿਰਪਾ ਕੀਤੀ, ਜਿਹੜਾ ਟੁੱਟਿਆ ਮੇਰੇ ਤੇ। ਸਾਈਂ ਮੇਰਾ ਚੰਗਾ ਕੀਤਾ, ਮੇਰੇ ਮਾਲਕ ਨੇ ਮੇਰੇ ਉੱਤੇ ਰਹਿਮਤ ਵਰਤਾਈ, ਮੇਰੇ ਸਾਈਂ ਨੇ ਬਖਸ਼ਿਸ਼ ਕੀਤੀ, ਤੇ ਉਹ ਜਿਹੜੀ ਮੇਰੇ ਸਾਈਂ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ ਨਾ, ਬਸ ਉਹ ਬਖਸ਼ਿਸ਼ ਮੈਨੂੰ ਅੱਜ ਬਚਾ ਗਈ। ਨਾ ਹੀ ਤਾਂ ਹਮ ਪੀਦਤ ਹਾਂ ਆਹੇ, ਨਹੀਂ ਤੇ ਮੈਂ ਵੀ ਜਿਵੇਂ ਲੋਕ ਤੜਫਦੇ ਨਾ, ਸ਼ਾਇਦ ਇਹਨਾਂ ਵਾਂਗੂ ਤੜਫਦਾ ਹੁੰਦਾ। ਔਰ ਸੱਚਮੁੱਚ ਜਦੋਂ ਸਮਾਜ ਵਿੱਚ ਵਿਚਰਦੇ ਆ ਨਾ, ਤੇ ਸਮਾਜ ਵਿੱਚ ਵਿਚਰਦਿਆਂ ਹੋਇਆਂ ਬਹੁਤਾਤ ਹਰ ਬੰਦਾ, ਜਿਹਨੂੰ ਬਾਬਾ ਜੀ ਨੇ ਆਖਿਆ ਨਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਬਰਿਆ ਤਤੈ ਲੈ ਹੋ ਉਬਾਰ। ਮਤਲਬ ਜਗਤ ਸੜ ਰਿਹਾ, ਜੇ ਸੜ ਰਿਹਾ ਤਾਂ ਹੀ ਤੇ ਰੱਬ ਅੱਗੇ ਅਰਜ਼ੋਈ ਹੈ ਨਾ ਵੀ ਰੱਬ ਦੀ ਕਿਰਪਾ ਕਰਕੇ ਬਚਾ ਲਓ। ਜਿਸ ਤਰੀਕੇ ਨਾਲ, ਜਿਸ ਢੰਗ ਨਾਲ ਇਹ ਸੜਦਾ ਹੋਇਆ ਜਗਤ ਬਚਦਾ ਹੈ ਨਾ, ਆਪ ਜੀ ਉਸੇ ਤਰੀਕੇ ਬਚਾ ਲਓ। ਅਸੀਂ ਆਪਣੀ ਆਪਣੀ ਅਰਜ਼ੋਈ, ਆਪਣੀ ਆਪਣੀ ਗੁਹਾਰ ਉਸ ਪ੍ਰਭੂ ਅੱਗੇ ਲਾ ਰਹੇ ਹਾਂ। ਕੋਈ ਕਿਸੇ ਕਾਰਨ ਕਰਕੇ, ਕੋਈ ਕਿਸੇ ਕਾਰਨ ਕਰਕੇ ਇਨਸਾਨ ਦੁਖੀ ਬੈਠਾ ਹੈ, ਦੁੱਖ ਵਿੱਚ ਬੈਠਾ ਹੈ, ਤਕਲੀਫ ਵਿੱਚ ਬੈਠਾ ਹੈ। ਪਰ ਬਾਪੂ ਜੀ ਨੇ ਸਾਨੂੰ ਸਮਝਾਉਂਦਿਆਂ ਇੱਕ ਬੜਾ ਪਿਆਰਾ ਉਪਦੇਸ਼ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਾਓ ਸੁਖ ਕਉ ਚਾਹੇ ਸਦਾ ਸ਼ਰਨ ਰਾਮ ਕੀ ਲੈ। ਬਸ ਕੋਈ ਤਰੀਕਾ, ਇਹਦੇ ਤੋਂ ਬਿਨਾਂ ਭਾਵੇਂ ਇਨਸਾਨ ਜਿੰਨਾ ਮਰਜ਼ੀ ਦੁਖੀ ਹੋਵੇ, ਬਾਪੂ ਜੀ ਨੇ ਬਾਣੀ 'ਚ ਆਖਿਆ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨਾਂ। ਇੱਕ ਪ੍ਰਭੂ ਕੀ ਯਾਦ ਤੋਂ ਬਿਨਾਂ ਸੁੱਖ ਨਹੀਂ, ਸਾਰਾ ਸੰਸਾਰ ਫਰੋਲ ਕੇ ਵੇਖਿਆ। ਜਾਂ ਸਾਹਿਬ ਬਾਣੀ 'ਚ ਆਖਦੇ ਕਿ ਸਪੈ ਖੋਲੋ ਗੰਠੜੀ ਦੁਖੀ ਪਰ, ਹਰ ਬੰਦਾ ਦੁੱਖਾਂ ਵਿੱਚ ਬੈਠਾ ਹੈ, ਹਰ ਇਨਸਾਨ ਦੁੱਖਾਂ ਵਿੱਚ, ਤਕਲੀਫਾਂ ਵਿੱਚ ਬੈਠਾ। ਮੈਂ ਕਿਹਦੇ ਅੱਗੇ ਆਪਣਾ ਦੁੱਖ ਫਰੋਲਾਂ, ਕਿਹਦੇ ਅੱਗੇ ਜਾ ਕੇ? ਕਿਉਂਕਿ ਹਰ ਬੰਦਾ, ਕਿਸ ਕੋਲ ਜਾ ਕੇ ਅਸੀਂ ਪੁਕਾਰ ਕਰਾਂਗੇ? ਹਰ ਬੰਦਾ ਆਪਣੇ ਦੁੱਖਾਂ ਨਾਲ ਭਰਿਆ ਨਾ। ਸਤਿਗੁਰੂ ਤੇ ਬਾਣੀ 'ਚ ਇੱਥੋਂ ਤੱਕ ਵੀ ਜ਼ਿਕਰ ਕਰਦੇ ਆਖਦੇ, ਕਹਿੰਦੇ ਵੀ ਮੈਂ ਕਿਸੇ ਨੂੰ ਆਪਣਾ ਦੁੱਖ ਸੁਣਾਵਾਂ, ਉਹ ਮੇਰੇ ਦੁੱਖ ਵਿੱਚ ਹਮਦਰਦੀ ਬਣ ਕੇ ਨਹੀਂ ਸੁਣਦਾ। ਉਹ ਮੇਰਾ ਦੁੱਖ ਇਸ ਕਰਕੇ ਨਹੀਂ ਸੁਣ ਰਿਹਾ ਵੀ ਉਹਨੂੰ ਮੇਰੇ ਨਾਲ ਪ੍ਰੇਮ ਹੈ, ਉਹ ਮੇਰਾ ਦੁੱਖ ਲਾਲਚ ਵਾਸਤੇ ਸੁਣ ਰਿਹਾ ਹੈ ਵੀ ਜੇ ਮੈਂ ਇਹਦਾ ਸੁਣਿਆ ਨਾ, ਤੇ ਇਹ ਬਹਿ ਕੇ ਮੇਰਾ ਵੀ ਦੁੱਖ ਸੁਣੇਗਾ। ਜੇ ਕਿਤੇ ਇਨਸਾਨ ਨੂੰ ਇਹ ਪਤਾ ਲੱਗ ਜਾਏ ਵੀ ਮੈਂ ਇਹਦਾ ਦੁੱਖ ਸੁਣ ਰਿਹਾ, ਇਹਨੇ ਮੇਰਾ ਨਹੀਂ ਸੁਣਨਾ, ਉਹ ਵੀ ਉੱਠ ਕੇ ਚਲਾ ਜਾਂਦਾ। ਮੈਂ ਤੇਰਾ ਕਿਉਂ ਸੁਣਾ ਭਾਈ?
ਜੇ ਤੂੰ ਮੈਨੂੰ ਦੁਖੀ ਨੂੰ ਛੱਡ ਕੇ ਚਲੇ ਜਾਣਾ ਜਾਂ ਮੇਰਾ ਦੁੱਖ ਨਹੀਂ ਸੁਣ ਸਕਦਾ ਤੇ ਮੈਂ ਤੇਰਾ ਦੁੱਖ ਕਿਉਂ ਸੁਣਾ। ਜਿੰਨੀਆਂ ਵੀ ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਨਿਕਲਿਆ ਕਿਤੇ ਸੁੱਖ। ਕਿਹਦਾ ਦੋਸ਼ ਹੈ, ਕਿੰਨੇ ਬੀਜ ਬੀਜੇ ਹੈ, ਕਿਹਦੇ ਕੀਤੇ ਕਰਮ ਨੇ। ਬਸ ਇੰਨਾ ਖਿਆਲ ਰੱਖੀਏ ਕਿ ਅਸੀਂ ਜਿਹੜਾ ਕਰਮ ਕਰ ਰਹੇ ਹਾਂ ਕੋਈ ਵੀ ਹੈ, ਉਹਦਾ ਨਤੀਜਾ ਅੱਜ ਨਹੀਂ ਤੇ ਕੱਲ ਸਾਡੇ ਸਾਹਮਣੇ ਆਉਣਾ ਹੈ। ਹੋ ਸਕਦਾ ਹੈ ਅੱਜ ਨਾ ਆਏ, 4 ਸਾਲ ਨਾ ਆਏ, 10 ਸਾਲਾਂ ਬਾਅਦ ਸਾਹਮਣੇ ਆ ਜਾਏ। ਹੋ ਸਕਦਾ ਹੈ ਉਹ ਨਤੀਜਾ ਉਦੋਂ ਸਾਡੇ ਸਾਹਮਣੇ ਆਏ ਜਦੋਂ ਅਸੀਂ ਕਰਮ ਵੀ ਭੁੱਲ ਚੁੱਕੇ ਹਾਂ ਵੀ ਮੈਂ ਕੀਤਾ ਕੀ ਸੀ। ਅਕਸਰ ਇਸੇ ਤਰ੍ਹਾਂ ਹੁੰਦਾ ਹੈ, ਇਨਸਾਨ ਆਪਣੇ ਕੀਤੇ ਕਰਮ ਨੂੰ ਭੁੱਲ ਜਾਂਦਾ, ਨਤੀਜਾ ਸਾਹਮਣੇ ਆਉਂਦਾ। ਜਦੋਂ ਨਤੀਜਾ ਸਾਹਮਣੇ ਆਉਂਦਾ ਫਿਰ ਆਖ ਉੱਠ ਮੈਂ ਕਿਹਦਾ ਮਾੜਾ ਕੀਤਾ, ਮੈਂ ਤਾਂ ਕਦੇ ਕਿਸੇ ਦਾ ਬੁਰਾ ਵੀ ਨਹੀਂ ਸੋਚਿਆ। ਪਰ ਜੇ ਤੂੰ ਬੁਰਾ ਸੋਚਿਆ ਨਹੀਂ ਤੇ ਸੱਜਣਾ ਖਿਆਲ ਰੱਖੀ, ਪਰਮੇਸ਼ਵਰ ਨੇ ਤੇ ਇਨਸਾਫ ਕਰਨਾ। ਜੇ ਤੂੰ ਬੁਰਾ ਨਹੀਂ ਸੋਚਿਆ ਤੇ ਤੇਰੇ ਨਾਲ ਬੁਰਾ ਹੋ ਨਹੀਂ ਸਕਦਾ। ਜੇ ਤੂੰ ਬੁਰਾ ਨਹੀਂ ਕੀਤਾ, ਰੱਬ ਤੇਰੇ ਨਾਲ ਨਾ ਇਨਸਾਫੀ ਨਹੀਂ ਕਰੇਗਾ, ਉਹ ਬੁਰਾ ਤੇਰੇ ਨਾਲ ਵੀ ਨਹੀਂ ਹੋਣ ਦਿੰਦਾ। ਤੇ ਜੇ ਤੂੰ ਮਾੜਾ ਕਰਦਾ ਰਿਹਾ, ਚੰਗਾ ਬਣਨ ਦਾ ਕੇਵਲ ਢੋਂਗ ਹੀ ਕੀਤਾ ਨਾ, ਵਿਖਾਵਾ ਹੀ ਕੀਤਾ ਤੇ ਸੱਜਣਾ ਰੱਬ ਤੇ ਸਾਰਾ ਕੁਝ ਜਾਣਦਾ ਹੈ। ਉਸ ਪਰਮੇਸ਼ਵਰ ਨੇ ਤੇ ਤੇਰਾ ਵਿਖਾਵਾ ਕਰ ਦੇਣਾ ਪਾਸੇ ਤੇ ਤੇਰੇ ਕੀਤੇ ਕਰਮਾਂ ਦਾ ਨਤੀਜਾ ਤੇਰੇ ਸਾਹਮਣੇ ਕਰਨਾ। ਤੇ ਭਾਵੇਂ ਫਿਰ ਆਖੀ ਜਾਈ ਵੀ ਅੱਬਾ ਮੈਨੂੰ ਕਿਹੜੇ ਕਰਮਾਂ ਦਾ ਫਲ ਦੇਣ ਲੱਗਾ, ਮੈਂ ਐਸਾ ਕੀ ਕੀਤਾ। ਰੱਬ ਤੇ ਸਾਡੇ ਕੀਤੇ ਕਰਮਾਂ ਦਾ ਕੀ ਫਲ ਸਾਨੂੰ ਦਿੰਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਭਾਈ ਮਰਦਾਨਾ ਜੀ ਨੂੰ ਬਚਨ ਉਚਾਰ ਕੇ ਦੱਸਦਿਆਂ ਹੋਇਆਂ ਆਖਦੇ ਕਿ ਸੰਸਾਰ ਉੱਤੇ ਜਦੋਂ ਵੀ ਝਾਤ ਮਾਰ ਕੇ ਵੇਖੀ ਤੇ ਕੀ ਨਜ਼ਰ ਨਹੀਂ ਪਿਆ, ਨਾਨਕ ਦੁਖੀਆ ਸਭ ਸੰਸਾਰ। ਹੈ ਨਾਨਕ ਜੀਓ, ਸਾਰੇ ਦੇ ਸੰਸਾਰ ਵਿੱਚ ਦੁਖੀ ਤੋਂ ਦੁਖੀ ਮਨੁੱਖ ਬੈਠਾ ਹੈ। ਬਸ ਇਹ ਹੈ ਕਿ ਸਾਨੂੰ ਆਪਣਾ ਦੁੱਖ ਵੱਡਾ ਲੱਗਦਾ, ਆਪਣੀ ਤਕਲੀਫ ਵੱਡੀ ਲੱਗਦੀ ਹੈ। ਪਰ ਉਹ ਤਕਲੀਫ ਦਾ ਕਾਰਨ ਆਪਾਂ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਪੜ੍ਹਦੇ ਹਾਂ, ਮਾਲਕ ਜੀ ਜ਼ਿਕਰ ਕਰਦੇ ਹਾਂ, ਆਖਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਾਰੇ ਦੇ ਸਾਰੇ ਰੋਗ, ਸਾਰੇ ਦੇ ਸਾਰੇ ਦੁੱਖ ਵਿਆਪਣ ਦਾ ਕਾਰਨ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਭੁੱਲ ਜਾਣਾ, ਜਿਹਨੂੰ ਬਾਪੂ ਜੀ ਆਖਦੇ ਹਰ ਬਿਸਰਤ ਸਦਾ ਖੁਆਰੀ, ਤਾਕਉ ਧੋਖਾ ਕਹਾ ਵਿਆਪੈ ਜਾਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋ ਹਾਰੀ। ਜਾਂ ਸਾਹਿਬ ਆਖਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲਦਾਏ। ਤੜਫ ਉੱਠਦਾ ਹੈ ਇਨਸਾਨ ਉਦੋਂ ਜਦੋਂ ਆਪਣੇ ਕੀਤੇ ਕਰਮਾਂ ਦਾ ਨਤੀਜਾ ਭੋਗਦਾ ਹੈ। ਮੰਨੇ ਨਾਉ ਸੋਈ ਜਣ ਜਾਏ, ਔਰੀ ਕਰਮ ਨਾ ਲਿਖੈ ਲਾਏ। ਸਾਹਿਬ ਆਖਦੇ ਮੰਨੇ ਨਾਉ ਸੋਈ ਜਣ ਜਾਏ। ਜਿਹੜਾ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਹੁਕਮ ਨੂੰ ਮੰਨ ਲੈਂਦਾ ਹੈ, ਰੱਬ ਜੀ ਕੀ ਰਜ਼ਾ ਨੂੰ ਮੰਨ ਲੈਂਦਾ ਹੈ, ਉਹ ਆਪਣੀ ਜੀਵਨ ਰੂਪੀ ਬਾਜੀ ਜਿੱਤ ਕੇ ਜਾਂਦਾ ਹੈ। ਸੋਈ ਜਿਣ ਜਾਏ ਔਰੀ ਕਰਮ ਨਾ ਲਿਖੇ ਲਾਏ। ਹੋਰ ਕੋਈ ਵੀ ਤਰੀਕਾ ਨਹੀਂ ਹੈ, ਕੋਈ ਢੰਗ ਨਹੀਂ ਹੈ, ਬਸ ਇੱਕੋ ਹੀ ਤਰੀਕਾ, ਉਹਦੀ ਰਜ਼ਾ ਵਿੱਚ ਚੱਲਣਾ ਸਾਡੇ ਲਈ ਸੁੱਖ ਹੈ, ਉਹਦੇ ਹੁਕਮ ਅਨੁਸਾਰੀ ਚੱਲਣਾ ਸਾਡੇ ਲਈ ਪ੍ਰਸੰਨਤਾ ਹੈ। ਹਰ ਵਕਤ ਉਹਦੀ ਰਜ਼ਾ ਵਿੱਚ ਰਹਿਣਾ, ਕਿਉਂਕਿ ਉਹਦੀ ਰਜ਼ਾ ਵਿੱਚ ਰਹਿਣ ਵਾਲਾ ਬੰਦਾ ਉਹਦੇ ਭੈ ਵਿੱਚ ਜ਼ਰੂਰ ਹੋਏਗਾ। ਤੇ ਜਿਹੜਾ ਜੀਵ ਰੱਬ ਦੇ ਭੈ ਵਿੱਚ ਹੈ ਉਹ ਕਦੇ ਦੁਖੀ ਨਹੀਂ ਹੋਏਗਾ। ਕਾਰਨ ਅਸੀਂ ਦੁਖੀ ਉਦੋਂ ਹੁੰਦੇ ਹਾਂ ਜਦੋਂ ਰੱਬੀ ਭੈ ਤੋਂ ਪਾਸੇ ਹੋ ਜਾਂਦੇ। ਰੱਬੀ ਭੈ ਤੋਂ ਪਾਸੇ ਹੋ ਕੇ ਅਸੀਂ ਹਮੇਸ਼ਾ ਭੈੜੇ ਕਰਮ ਕਰਦੇ। ਜਿਹੜਾ ਬੰਦਾ ਰੱਬ ਦੇ ਭੈ ਵਿੱਚ ਹੈ ਉਹ ਕਦੇ ਮਾੜਾ ਕੰਮ ਨਹੀਂ ਕਰਦਾ, ਤੇ ਜਿਹੜਾ ਬੰਦਾ ਮਾੜਾ ਕੰਮ ਨਹੀਂ ਕਰਦਾ ਉਹ ਕਦੇ ਦੁਖੀ ਨਹੀਂ ਹੁੰਦਾ। ਤੇ ਜਿਹੜੇ ਬੰਦੇ ਨੇ ਰੱਬੀ ਭੈ ਛੱਡਦਾ ਉਹ ਕਦੇ ਚੰਗਾ ਨਹੀਂ ਕਰਦਾ। ਬਸ ਇੱਕੋ ਹੀ ਕੰਮ ਹੋਏਗਾ, ਜਾਂ ਤੇ ਰੱਬ ਦੇ ਭੈ ਵਿੱਚ ਤੇ ਜਾਂ ਰੱਬ ਦੇ ਭੈ ਤੋਂ ਬਿਨਾਂ। ਜਿਹੜਾ ਰੱਬ ਦੇ ਭੈ ਵਿੱਚ ਹੈ ਉਹ ਕਦੇ ਮਾੜਾ ਨਹੀਂ ਕਰੇਗਾ, ਉਹਨੂੰ ਪਤਾ ਮੈਨੂੰ ਰੱਬ ਵੇਖ ਰਿਹਾ। ਤੇ ਜਿਹਨੇ ਰੱਬ ਦਾ ਭੈ ਛੱਡਦਾ ਉਹ ਕਹਿੰਦਾ ਵੀ ਵੇਖੀ ਜਾਏਗੀ ਜੋ ਹੋਏਗਾ, ਉਹ ਰੱਬ ਨੂੰ ਉਹ ਸਮਝਦਾ ਹੀ ਨਹੀਂ ਵੀ ਰੱਬ ਮੈਨੂੰ ਵੇਖ ਰਿਹਾ, ਉਹ ਜੋ ਆਉਂਦਾ ਉਹ ਕਰੀ ਜਾਂਦਾ। ਫਿਰ ਜਿਹਨੇ ਚੰਗਾ ਕੀਤਾ ਹੈ ਨਤੀਜਾ ਚੰਗਾ, ਉਹ ਸੁਖੀ ਹੋਏਗਾ, ਰੱਬੀ ਭੈ ਵਿੱਚ ਹੀ ਸੁੱਖ ਹੈ। ਹੁਣ ਜਿਹਨੇ ਮਾੜਾ ਕੀਤਾ ਰੱਬੀ ਭੈ ਤੋਂ ਬਿਨਾਂ ਕਰਮ ਕਰਨ ਵਾਲਾ ਦੁਖੀ ਹੋਏਗਾ। ਸਾਹਿਬ ਕਹਿੰਦੇ ਔਰੀ ਕਰਮ ਨਾਲ ਲਿਖਿਆ ਲਾਏ, ਹੋਰ ਕੋਈ ਤਰੀਕਾ ਕੋਈ ਢੰਗ ਨਹੀਂ ਹੈ, ਉਹੀ ਸੁਖੀ ਹੈ ਜਿਹੜਾ ਮੰਨੇ ਨਾਉ ਸੋਈ ਜਣ ਜਾਏ। ਜਿਹਨੂੰ ਬਾਪੂ ਜੀ ਕਹਿੰਦੇ ਸੁਖ ਨਾਹੀਂ ਬਹੁਤਾ ਧਨ ਖਟ ਹੈ, ਸੁਖ ਨਾਹੀਂ ਪੇਖਾ ਨਿਤ ਨਟ ਹੈ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਗੁਣ ਗਾਏ। ਜਦੋਂ ਜੀਵ ਰੱਬੀ ਗੁਣਾਂ ਵਿੱਚ ਭਿੱਜ ਜਾਂਦਾ ਹੈ, ਰੱਬੀ ਹੁਕਮ ਵਿੱਚ ਰਾਜ਼ੀ ਹੋ ਜਾਂਦਾ ਹੈ, ਉਹਦੇ ਹੁਕਮ ਵਿੱਚ ਚੱਲਣ ਵਾਲਾ ਸਦਾ ਹੀ ਪ੍ਰਸੰਨ ਹੈ। ਉਹਦੇ ਹੁਕਮ ਤੋਂ ਬਾਹਰ ਹੋ ਕੇ ਚੱਲਣ ਵਾਲਾ ਬਾਪੂ ਜੀ ਨੂੰ ਪੜੋ, ਸਾਹਿਬ ਦੀ ਬਾਣੀ 'ਚ ਜ਼ਿਕਰ ਕਰਦੇ ਆਖਦੇ ਸੋ ਸਿੱਖ ਸਖਾ ਬੰਧ ਭੁਖਿਆ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਹੁਣ ਜਿਹਦੇ ਚੋਟ ਵੱਜੇਗੀ ਖੁਸ਼ ਹੋਏਗਾ ਕਿ ਦੁਖੀ ਹੋਏਗਾ। ਜਿਹਨੂੰ ਠੋਕਰ ਵੱਜ ਰਹੀ ਹੈ, ਠੇਡਾ ਵੱਜ ਰਿਹਾ, ਬੰਦਾ ਜਿੰਨਾ ਮਰਜ਼ੀ ਪਰੇਸ਼ਾਨ ਹੋਵੇ, ਠੋਕਰ ਵੱਜਣ ਦੇ ਉੱਤੇ ਕੁਰਲਾ ਹੀ ਉੱਠਦਾ। ਤੇ ਸਾਹਿਬ ਕਹਿੰਦੇ ਜੇ ਰੱਬੀ ਰਜ਼ਾ ਤੋਂ ਬਾਹਰ ਹੋ ਕੇ ਚੱਲੇਗਾ, ਗੁਰੂ ਕੇ ਭਾਣੇ ਨੂੰ ਛੱਡ ਕੇ ਚੱਲੇਗਾ, ਆਪਣੀ ਰਜ਼ਾ ਵਿੱਚ ਚੱਲੇਗਾ, ਆਪਣੇ ਭਾਣੇ ਵਿੱਚ ਚੱਲੇਗਾ, ਤੇ ਸੱਜਣਾ ਖਿਆਲ ਕਰੀ ਹਮੇਸ਼ਾ ਠੋਕਰਾਂ ਹੀ ਵੱਜਣਗੀਆਂ। ਤੇ ਜਦੋਂ ਠੁੱਡਾ ਵੱਜਦਾ ਨਾ, ਠੋਕਰ ਵੱਜਦੀ ਤੇ ਉਦੋਂ ਫਿਰ ਕੁਰਲਾਹਟ ਨਿਕਲਦੀ, ਉਦੋਂ ਜੀਵ ਕਰਲਾਉਂਦਾ। ਇਸੇ ਕਰਕੇ ਸਾਹਿਬ ਜੀ ਨੇ ਬਾਣੀ ਵਿੱਚ ਜ਼ਿਕਰ ਕਰਦਿਆਂ ਸਾਨੂੰ ਸਮਝਾਇਆ ਕਿ ਜੀਵ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਰਜ਼ਾ ਵਿੱਚ ਰਾਜ਼ੀ ਰਹਿਣ ਲੱਗ ਜਾਂਦਾ ਹੈ, ਫਿਰ ਅਵਸਥਾ ਬਣ ਜਾਂਦੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਫਿਰ ਉਸ ਤਰੀਕੇ ਨਾਲ ਚੱਲਦਾ ਜਿਵੇਂ ਅਕਾਲ ਪੁਰਖ ਪਰਮੇਸ਼ਵਰ ਜੀ ਉਹਨੂੰ ਚਲਾਉਂਦੇ ਹਨ। ਇੱਕ ਪੁਰ ਆਵਾ ਬਹੁਤ ਅਗਾਰੀ, ਜਾਏ ਪਹੁੰਚੇ ਤਾਹੇ ਮਜਾਰੀ। ਉਸ ਤੋਂ ਉਪਰੰਤ ਉੱਥੇ ਮਾਲਕ ਜੀ ਨੇ ਇਹ ਉਪਦੇਸ਼ ਦਿੱਤਾ, ਸਾਰਿਆਂ ਨੂੰ ਸਮਝਾਇਆ। ਉਦੋਂ ਅੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਅਗਾਂਹ ਚੱਲਦੇ, ਅਗਲੇ ਮਾਰਗ ਤੇ ਚੱਲਦਿਆਂ ਹੋਇਆਂ ਇੱਕ ਗ੍ਰਾਮ, ਇੱਕ ਨਗਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਪਹੁੰਚਦੇ ਹਨ। ਰਹਿਣ ਹਿਤ ਖੋਜਤ ਤਾਏ, ਜਿਨ ਕੀਨੇ ਬ੍ਰਹਮੰਡ ਬਣਾਏ। ਤੇ ਸਤਿਗੁਰੂ ਜੀ ਹੁਣ ਰਹਿਣ ਰੁਕਣ ਵਾਸਤੇ, ਰਾਤਰੀ ਵੇਲੇ ਟਿਕਾਣਾ ਕਰਨ ਵਾਸਤੇ ਚੰਗਾ ਅਸਥਾਨ ਵੇਖ ਰਹੇ ਜਿੱਥੇ ਟਿਕਾਣਾ ਕੀਤਾ ਜਾ ਸਕੇ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਸਾਰਾ ਸ੍ਰਿਸ਼ਟੀ ਸਾਰੇ ਦੇ ਸਾਰੇ ਬ੍ਰਹਮੰਡ ਦੀ ਸਿਰਜਣਾ ਕੀਤੀ ਹੈ, ਉਹ ਮਾਲਕ ਪਾਤਸ਼ਾਹ ਜੀ ਰਾਤ ਵੇਲਾ ਕੱਟਣ ਵਾਸਤੇ ਇੱਕ ਚੰਗੇ ਅਸਥਾਨ ਦੀ ਪੜਚੋਲ ਕਰ ਰਹੇ ਹਨ। ਤਹਾਂ ਬਸੇਰਾ ਦੇਤ ਨਾ ਕੋ, ਬੈਠੇ ਜਹਾਂ ਉਠਾਵਤ ਸੋ। ਸਾਹਿਬ ਜੀ ਜਿਸ ਨਗਰ ਵਿੱਚ ਹਨ ਉੱਥੇ ਜਿੱਥੇ ਵੀ ਮਾਲਕ ਪਾਤਸ਼ਾਹ ਟਿਕਾਣਾ ਕਰਦੇ, ਉੱਥੋਂ ਦੇ ਰਹਿਣ ਵਾਲੇ ਲੋਕ ਐਸੇ ਵੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਇੱਥੋਂ ਅਗਾਂਹ ਜਾ ਕੇ ਟਿਕਾਣਾ ਕਰ। ਮਤਲਬ ਸਾਹਿਬ ਨੂੰ ਟਿਕਣ ਵਾਸਤੇ ਅਸਥਾਨ ਤੇ ਬੈਠਣ ਨਹੀਂ ਦਿੰਦੇ। ਜਿੱਥੇ ਵੀ ਮਾਲਕ ਪਾਤਸ਼ਾਹ ਬੈਠਦੇ ਨੇ ਉੱਥੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਅਗਾਂਹ ਟਿਕਾਣੇ ਵਾਸਤੇ ਆਖਦੇ ਹਨ। ਮੰਦਮਤੀ ਪਿਖ ਨਰ ਤੇ ਥਾਏ, ਪੁਰਤੇ ਵਹਿਰ ਪ੍ਰਭੂ ਪੁਨ ਆਏ। ਜਦੋਂ ਉੱਥੋਂ ਦੇ ਲੋਕਾਂ ਨੂੰ ਵੇਖਿਆ ਵੀ ਇਹ ਸਾਰੇ ਮੰਦਬੁੱਧੀ ਦੇ ਮਾਲਕ ਨੇ, ਮੰਦ ਮਤ ਦੇ ਮਾਲਕ ਨੇ, ਮਾਲਕ ਜੀ ਨੇ ਨਗਰ ਛੱਡਿਆ। ਨਗਰ ਛੱਡ ਕੇ ਸਤਿਗੁਰੂ ਪਾਤਸ਼ਾਹ ਨਗਰ ਤੋਂ ਬਾਹਰ ਆ ਗਏ। ਮਾਲਕ ਪਾਤਸ਼ਾਹ ਜੀ ਨਗਰ ਤੋਂ ਬਾਹਰ ਆਏ, ਕਿਵੇਂ ਆਪਣਾ ਟਿਕਾਣਾ ਕਰਦੇ ਨੇ ਔਰ ਕਿਸ ਅਸਥਾਨ ਉੱਤੇ ਆਪਣਾ ਟਿਕਾਣਾ ਕਰਦੇ, ਕਿਹੜਾ ਕੌਤਕ ਧੰਨ ਗੁਰੂ ਨਾਨਕ ਸਾਹਿਬ ਜੀ ਉੱਥੇ ਵਰਤਾਉਂਦੇ ਨੇ, ਆਪ ਸੰਗਤਾਂ ਅਗਲੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।